Greetings from my side to all watching this video. Welcome to my YouTube channel. This is Geeta Agarwal, English Mistress. Students, today our topic is bed number 29. It is the first lesson of supplementary book for 10th class. Students, ਇਸ ਦੇ ਵਿੱਚ ਆਪਾਂ ਇੱਕ ਲਾਈਨ ਵਰਡ ਟੂ ਵਰਡ ਪੜਾਂਗੇ। ਜੇ ਤੁਸੀਂ ਚਾਹੋ ਤਾਂ ਤੁਸੀਂ ਆਪਣੀ ਸਪਲੀਮੈਂਟਰੀ ਰੀਡਰ ਦੀ ਬੁੱਕ ਵੀ ਆਪਣੇ ਨੇੜੇ ਰੱਖ ਸਕਦੇ ਹੋ ਤੇ ਵਰਡ ਟੂ ਵਰਡ ਮੇਰੇ ਨਾਲ ਹੀ ਪੜ੍ਹ ਸਕਦੇ ਹੋ ਤੇ ਉਸ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹੋ। ਬੱਚਿਓ, ਇੱਕ ਗੱਲ ਦਾ ਖਿਆਲ ਰੱਖੋ, ਜੇ ਕਹਾਣੀ ਤੁਹਾਨੂੰ ਸਮਝ ਆ ਗਈ ਤਾਂ ਕੁਐਸਚਨ ਆਨਸਰ, ਫਿਲ ਇਨ ਦੀ ਬਲੈਂਕਸ, ਐਵਰੀਥਿੰਗ ਇਜ਼ ਵੈਰੀ ਈਜ਼ੀ। ਜੇ ਤੁਹਾਨੂੰ ਕਹਾਣੀ ਸਮਝ ਨਹੀਂ ਆਈ ਤਾਂ ਫਿਰ ਤੁਹਾਡੇ ਲਈ ਕੁਐਸਚਨ ਆਨਸਰ ਵੀ ਯਾਦ ਕਰਨੇ ਔਖੇ ਹੋ ਜਾਂਦੇ ਨੇ, ਰਾਈਟ। ਤਾਂ ਇਸ ਦੇ ਵਿੱਚ ਆਪਾਂ ਪੂਰਾ ਲੈਸਨ ਕੰਪਲੀਟ ਕਰਾਂਗੇ ਤੇ ਪੂਰਾ ਲੈਸਨ ਕੰਪਲੀਟ ਕਰਨ ਤੋਂ ਬਾਅਦ ਆਪਾਂ ਇਸ ਦੇ ਕੁਐਸਚਨ ਆਨਸਰ, ਆਬਜੈਕਟਿਵ ਟਾਈਪ ਕੁਐਸਚਨ ਆਨਸਰ, ਸ਼ਾਰਟ ਟਾਈਪ ਕੁਐਸਚਨ ਆਨਸਰ, ਤਾਂ ਪੂਰਾ ਲੈਸਨ ਇਸ ਦੇ ਵਿੱਚ ਕੰਪਲੀਟ ਕੀਤਾ ਜਾਊਗਾ, ਰਾਈਟ। ਸੋ ਬੀ ਵਿਦ ਮੀ, ਮੇਰੇ ਨਾਲ ਰਹਿਣਾ, ਠੀਕ ਹੈ। ਧਿਆਨ ਤੁਹਾਡਾ ਇੱਧਰ ਉੱਧਰ ਨਹੀਂ ਜਾਣਾ ਚਾਹੀਦਾ। ਤੇ ਜੇ ਤੁਹਾਨੂੰ ਮੇਰੀ ਵੀਡੀਓ ਅੱਛੀ ਲੱਗੇ ਤਾਂ ਇਸ ਤੇ ਲਾਈਕ ਦਾ ਬਟਨ ਹੈ ਜੋ ਉਸ ਨੂੰ ਪ੍ਰੈਸ ਕਰ ਦਿਓ ਤੇ ਕਮੈਂਟ ਵਿੱਚ ਦੱਸਿਓ ਕਿ ਤੁਹਾਨੂੰ ਵੀਡੀਓ ਕਿਵੇਂ ਲੱਗੀ ਜਾਂ ਹੋਰ ਕਿਸ ਟੌਪਿਕ ਤੇ ਤੁਹਾਨੂੰ ਮੇਰੀ ਵੀਡੀਓ ਚਾਹੀਦੀ ਹੈ, ਉਹ ਤੁਸੀਂ ਕਮੈਂਟ ਦੇ ਵਿੱਚ ਲਿਖ ਸਕਦੇ ਹੋ। ਸੋ ਲੈਟ ਅਸ ਸਟਾਰਟ ਦ ਟੌਪਿਕ। ਤਾਂ ਬੱਚੋ, ਬੈਡ ਨੰਬਰ 29 ਦੇ ਜੋ ਰਾਈਟਰ ਹੈ ਉਹ ਹੈ ਤਾਰਿਕ ਰਹਿਮਾਨ। ਇਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬੈਡ ਨੰਬਰ 29 ਜੋ ਹੈ ਇੱਕ ਹਸਪੀਟਲ ਦਾ ਸੀਨ ਦਿਖਾਇਆ ਗਿਆ ਹੈ। ਲੈਟ ਅਸ ਰੀਡ ਦ ਸਟੋਰੀ। ਅ ਮੈਨ whose hobby was painting met with an accident। ਇੱਕ ਐਸਾ ਇਨਸਾਨ ਜਿਸ ਦੀ ਹੌਬੀ ਪੇਂਟਿੰਗ ਕਰਨਾ ਸੀ, ਉਹ ਇੱਕ ਉਸਦਾ ਐਕਸੀਡੈਂਟ ਹੋ ਜਾਂਦਾ ਹੈ ਐਂਡ lost his eyesight, ਤੇ ਉਸਦੀਆਂ ਅੱਖਾਂ ਦੀ ਨਿਗਾਹ ਚਲੀ ਜਾਂਦੀ ਹੈ। while he was in hospital, ਨਾਇਮ his ward mate, ਜਦੋਂ ਉਹ ਹਸਪੀਟਲ ਵਿੱਚ ਸੀ, ਨਾਇਮ ਜੋ ਕਿ ਉਸਦੇ ਕਮਰੇ ਦੇ ਵਿੱਚ ਹੀ, ਹਸਪੀਟਲ ਦੇ ਵਿੱਚ ਵਾਰਡਸ ਹੁੰਦੇ ਨੇ ਬੱਚਿਓ, ਇੱਕ ਵਾਰਡ ਦੇ ਵਿੱਚ ਕਈ ਬੈੱਡ ਲੱਗੇ ਹੁੰਦੇ ਨੇ, ਤਾਂ ਇਹਨੂੰ ਵਾਰਡਮੇਟ ਇਸੇ ਲਈ ਕਿਹਾ, ਜਿਵੇਂ ਆਪਾਂ ਕਹਿੰਦੇ ਕਲਾਸਮੇਟ, ਵਾਰਡਮੇਟ, ਰੂਮਮੇਟ, ਵਾਰਡਮੇਟ। ਇੱਥੇ ਵਾਰਡ ਦੇ ਵਿੱਚ ਹੀ ਉਹਦਾ ਬੈੱਡ ਸੀਗਾ। ਨਾਇਮ ਹਿਜ਼ ਵਾਰਡਮੇਟ ਐਨਕਰੇਜਡ ਹਿਮ ਟੂ ਪੇਂਟ ਅਗੇਨ, ਤਾਂ ਉਸ ਪੇਂਟਰ ਦੀਆਂ ਅੱਖਾਂ ਜਾਣ ਤੋਂ ਬਾਅਦ ਵੀ ਨਾਇਮ ਨੇ ਉਸ ਨੂੰ ਐਨਕਰੇਜ ਕੀਤਾ, ਪ੍ਰੋਤਸਾਹਿਤ ਕੀਤਾ ਕਿ ਤੂੰ ਫੇਰ ਤੋਂ ਪੇਂਟਿੰਗ ਕਰਨਾ ਸ਼ੁਰੂ ਕਰ। ਨਾਇਮ ਡਿਸਕ੍ਰਾਈਬ ਡਿਫਰੈਂਟ ਸੀਨਸ, ਨਾਇਮ ਉਸ ਨੂੰ ਅਲੱਗ-ਅਲੱਗ ਸੀਨ ਦੱਸਦਾ ਸੀ ਐਂਡ ਹੀ ਪੇਂਟਡ them, ਅਤੇ ਉਹ ਉਸ ਨੂੰ ਪੇਂਟ ਕਰਦਾ ਸੀ। ਨਾਇਮ ਲੈਫਟ ਹਸਪੀਟਲ ਬਿਫੋਰ ਦ ਆਥਰ ਗॉट ਹਿਜ਼ ਆਈਸਾਈਟ ਬੈਕ, ਇਸ ਤੋਂ ਪਹਿਲਾਂ ਕਿ ਆਥਰ ਦੀ ਨਿਗਾਹ ਵਾਪਿਸ ਆਂਦੀ, ਨਾਇਮ ਹਸਪੀਟਲ ਛੱਡ ਕੇ ਚਲਾ ਗਿਆ। ਆਥਰ ਕੌਣ ਹੈ ਬੱਚਿਓ? ਆਥਰ ਹੈ ਤਾਰਿਕ ਰਹਿਮਾਨ। ਤਾਂ ਤਾਰਿਕ ਰਹਿਮਾਨ ਇਸ ਦੇ ਵਿੱਚ ਆਪਣੀ ਗੱਲ ਕਰ ਰਿਹਾ ਹੈ, ਠੀਕ ਹੈ। Who was ਨਾਇਮ and why did he leave the hospital? ਨਾਇਮ ਕੌਣ ਸੀ ਤੇ ਉਹ ਹਸਪੀਟਲ ਛੱਡ ਕੇ ਕਿਉਂ ਚਲਾ ਗਿਆ? ਤਾਂ ਹੁਣ ਆਓ ਕਹਾਣੀ ਪੜ੍ਹੀਏ। Brakes shrieked, something struck। ਬ੍ਰੇਕ ਸ਼੍ਰਿਕ ਮਤਲਬ ਬ੍ਰੇਕ ਦੀ ਆਵਾਜ਼ ਆਈ। ਜਦੋਂ ਤੇਜ਼ ਬ੍ਰੇਕ ਲਗਾਉਂਦੇ ਆਪਾਂ ਕਿਸੇ ਵੀ ਚੀਜ਼ ਦੇ ਤਾਂ ਇੱਕ ਆਵਾਜ਼ ਚੀਂ ਦੇਣੇ ਆਉਂਦੀ ਹੈ। ਸਮਥਿੰਗ ਸਟਰਕ, ਕੁਛ ਟਕਰਾਇਆ। ਸਮਵਨ ਕ੍ਰਾਈਡ, ਕਿਸੇ ਨੇ ਚੀਕ ਮਾਰੀ। ਐਂਡ ਦੇਅਰ ਵਾਜ਼ ਡਾਰਕਨੈਸ ਸਪਰੈਡਿੰਗ ਆਲ ਅਰਾਊਂਡ ਮੀ, ਤੇ ਮੇਰੇ ਆਸੇ ਪਾਸੇ ਹਨੇਰਾ ਛਾ ਗਿਆ। ਪੇਨ ਲੈਪਟ ਇਨ ਮਾਈ ਹੋਲ ਬਾਡੀ, ਮੇਰੇ ਸਾਰੇ ਸਰੀਰ ਵਿੱਚ ਦਰਦ ਹੋ ਰਿਹਾ ਸੀ। ਐਂਡ ਅ ਜੈਂਟਲ ਵੌਇਸ ਸੈਡ, ਅਤੇ ਇੱਕ ਪਿਆਰ ਭਰੀ ਆਵਾਜ਼ ਨੇ ਕਿਹਾ, ਪਲੀਜ਼ ਡੋਂਟ ਮੂਵ ਸਰ ਹਿੱਲੋ ਨਾ, ਇਟ ਮਾਈਟ ਬੀ ਡੇਂਜਰਸ, ਜੇ ਤੁਸੀਂ ਹਿੱਲੋਗੇ ਤਾਂ ਇਹ ਖਤਰਨਾਕ ਹੋ ਸਕਦਾ ਹੈ। ਆਈ ਟਰਾਈਡ ਟੂ ਅੰਡਰਸਟੈਂਡ ਵਾਟ ਹੈਡ ਹੈਪਨਡ, ਤਾਂ ਮੈਂ ਸੋਚਿਆ ਵੀ ਇਹ ਕੀ ਹੋ ਗਿਆ, ਮੈਂ ਕਿੱਥੇ ਆ। ਆਈ ਰੀਕਾਲਡ ਦ ਪ੍ਰੀ-ਡਾਨ ਗਲੋ, ਤਾਂ ਮੈਨੂੰ ਯਾਦ ਆਇਆ। ਰੀਕਾਲ ਕੀ ਹੁੰਦਾ ਬੱਚੋ? ਪਿਛਲਾ ਯਾਦ ਕਰਨਾ। ਤਾਂ ਮੈਨੂੰ ਯਾਦ ਆਇਆ ਅੱਜ ਸਵੇਰ ਦਾ ਸੋਹਣਾ ਦਿਨ ਜਦੋਂ ਚੜਿਆ ਸੀ। ਟਰੀਜ਼ ਐਂਡ ਫਲਾਵਰਸ
the dew battled grass, all waiting for the sunrise। ਤਾਂ ਸਾਰੇ किस पासे बहुत खूबसूरती दिखाई गई है। I had imprisoned this all on the canvas। ਤਾਂ ਮੈਂ ਇਸ ਸਾਰੀ ਚੀਜ਼ ਨੂੰ ਕੈਨਵਸ ਦੇ ਉੱਪਰ ਕੈਦ ਕਰ ਲਿਆ ਸੀ। ਇੰਪ੍ਰਿਜ਼ਨ ਮਤਲਬ ਕੈਦ ਕਰ ਲੈਣਾ। ਮੈਂ ਇਹ ਸਾਰੀ ਚੀਜ਼ ਨੂੰ ਕੈਨਵਸ ਦੇ ਉੱਪਰ ਕੈਦ ਕਰ ਲਿਆ ਸੀ, ਮਤਲਬ ਮੈਂ ਇੱਕ ਪੇਂਟਿੰਗ ਬਣਾ ਲਈ ਸੀ ਇਹ ਸਾਰੀਆਂ ਚੀਜ਼ਾਂ ਦੀ। ਮਾਈ ਮਾਸਟਰਪੀਸ, ਤੇ ਉਹ ਪੇਂਟਿੰਗ ਮੇਰੀ ਇੰਨੀ ਸੋਹਣੀ ਬਣੀ ਸੀ ਵੀ ਮਾਸਟਰਪੀਸ ਸੀਗਾ। ਦ ਜੋਏ ਆਫ ਲਾਈਫ, ਮੈਂ ਉਹਦਾ ਨਾਮ ਰੱਖਿਆ ਸੀ ਦ ਜੋਏ ਆਫ ਲਾਈਫ। ਸੋ ਆਈ ਨੇਮਡ ਇਟ ਲਾਈਫ, ਇਸ ਕਰਕੇ ਮੈਂ ਉਸਦਾ ਨਾਮ ਲਾਈਫ ਰੱਖਿਆ ਸੀ। ਦੈਨ ਆਈ ਰਿਮੈਂਬਰਡ, ਫਿਰ ਮੈਨੂੰ ਯਾਦ ਆਇਆ ਦ ਬਿਜ਼ੀ ਸਟਰੀਟ ਸੀਨ, ਕਿ ਫਿਰ ਮੈਂ ਬਾਜ਼ਾਰ 'ਚ ਨਿਕਲਿਆ, ਉੱਥੇ ਬਹੁਤ ਭੀੜ ਸੀ। ਦ ਰੋਅਰ ਆਫ ਟ੍ਰੈਫਿਕ, ਆਸੇ ਪਾਸੇ ਟ੍ਰੈਫਿਕ ਦੀ ਬਹੁਤ ਉੱਚੀ ਉੱਚੀ ਆਵਾਜ਼ ਆ ਰਹੀ ਸੀ। ਦ ਕਾਰ ਐਂਡ ਦ ਕ੍ਰੈਸ਼, ਉਹ ਇੱਕ ਕਾਰ ਆਈ ਸੀ ਮੇਰੇ ਪਿੱਛੋਂ ਤੇ ਉਸ ਤੋਂ ਬਾਅਦ ਕ੍ਰੈਸ਼ ਹੋ ਗਿਆ। ਮਾਈ ਹੈਂਡ ਟੱਚਡ ਦ ਬੈਂਡੇਜਿਸ ਔਨ ਮਾਈ ਆਈਜ਼, ਮੇਰੀਆਂ ਅੱਖਾਂ ਦੇ ਉੱਪਰ ਬੈਂਡੇਜ ਕੀ ਹੁੰਦੀ ਹੈ ਬੱਚੋ? ਪੱਟੀ। ਮੇਰੀਆਂ ਅੱਖਾਂ ਦੇ ਉੱਪਰ ਬੈਂਡੇਜ ਜਿਹੜੀ ਲੱਗੀ ਸੀ ਮੈਂ ਉਹਨੂੰ ਟੱਚ ਕੀਤਾ। ਨੋ ਗੋਡ ਆਈ ਮੋਨਡ, ਤਾਂ ਮੈਂ ਕਰਾਇਆ ਤੇ ਕੀ ਕਿਹਾ? ਨਹੀਂ ਪਰਮਾਤਮਾ, ਨੋਟ ਦਿਸ, ਨਹੀਂ ਇਹ ਨਾ ਹੋਵੇ ਮੇਰੇ ਨਾਲ, ਮਤਲਬ ਕਿਤੇ ਮੈਂ ਅੰਨਾ ਨਾ ਹੋ ਜਾ। ਮਾਈ ਲਾਈਫ ਵਾਜ਼ ਅ ਨਾਈਟਮੇਅਰ, ਨਾਈਟਮੇਅਰ ਕੀ ਹੁੰਦਾ? ਡਰਾਵਨਾ ਸੁਪਨਾ। ਮਾਈ ਲਾਈਫ ਵਾਜ਼ ਅ ਨਾਈਟਮੇਅਰ ਆਫ ਸਾਊਂਡਸ, ਮੇਰੇ ਜ਼ਿੰਦਗੀ ਕੀ ਬਣ ਗਈ ਸੀ? ਇੱਕ ਡਰਾਵਨਾ ਸੁਪਨਾ ਬਣ ਗਈ ਸੀ ਜਿਸ ਦੇ ਵਿੱਚ ਸਿਰਫ ਮੈਨੂੰ ਆਵਾਜ਼ਾਂ ਸੁਣਾਈ ਦਿੰਦੀਆਂ ਸੀ, ਫੀਲਿੰਗਸ ਸੀ ਮੇਰੇ ਅੰਦਰ, ਮੈਂ ਸਮੈਲ ਕਰ ਸਕਦਾ ਸੀ, ਮੈਂ ਟੇਸਟ ਕਰ ਸਕਦਾ ਸੀ, ਐਂਡ ਡਰੈਡਫੁਲ ਡਿਪਰੈਸ਼ਨ, ਤੇ ਬਹੁਤ ਜ਼ਿਆਦਾ ਮੈਨੂੰ ਟੈਨਸ਼ਨ ਹੋ ਰਹੀ ਸੀ ਕਿ ਮੇਰੀ ਲਾਈਫ ਆਉਣ ਵਾਲੀ ਕਿਵੇਂ ਦੀ ਹੋਊਗੀ। ਇਟ ਵਾਜ਼ ਅ ਕੇਜ ਆਫ ਡਾਰਕਨੈਸ, ਕੇਜ ਕੀ ਹੁੰਦਾ? ਪਿੰਜਰਾ, ਜਿਵੇਂ ਮੈਨੂੰ ਕਿਸੇ ਨੇ ਹਨੇਰੇ ਵਾਲੇ ਪਿੰਜਰੇ 'ਚ ਬੰਦ ਕਰ ਦਿੱਤਾ ਹੁੰਦਾ ਹੈ। ਵਿਚ ਹੈਲਡ ਮੀ ਪ੍ਰਿਜ਼ਨਰ, ਠੀਕ ਹੈ, ਕੈਦ ਕਰਤਾ ਮੈਨੂੰ ਉੱਥੇ। ਡਾਰਕਨੈਸ ਐਂਡ ਮੀ, ਤੇ ਉਸ ਪਿੰਜਰੇ 'ਚ ਬਸ ਇੱਕ ਹਨੇਰਾ ਤੇ ਇੱਕ ਮੈਂ ਆ, ਦੈਟਸ ਆਲ, ਬਸ ਇਹੀ ਹੈ। ਟਾਈਮ ਸਟੂਡ ਸਟਿਲ, ਟਾਈਮ ਜਿਵੇਂ ਕਿ ਰੁਕ ਗਿਆ। ਸਟਿਲ ਕੀ ਹੁੰਦਾ ਬੱਚੋ? ਰੁਕ ਜਾਣਾ, ਖੜ ਜਾਣਾ। ਦ ਸਨ ਰੋਜ਼ ਨੋ ਮੋਰ ਫॉर ਮੀ, ਹੁਣ ਮੇਰੇ ਲਈ ਸੂਰਜ ਨਹੀਂ ਉਗਦਾ। ਦ ਬਲੂਮ ਆਫ ਫਲਾਵਰਸ, ਫੁੱਲਾਂ ਦਾ ਖਿੜਨਾ। ਦ ਸਟਰੀਮਸ, ਨਦੀਆਂ। ਐਂਡ ਦ ਕਲੀਅਰ ਸਕਾਈ, ਤੇ ਸਾਫ਼ ਆਸਮਾਨ। ਵਰ ਜਸਟ ਮੈਮਰੀ, ਬਸ ਹੁਣ ਉਹ ਤਾਂ ਮੇਰੀ ਯਾਦ ਵਿੱਚ ਹੀ ਹਨ। ਲਾਈਫ ਸੀਮ ਟੂ ਬੀ ਡਾਈਂਗ ਵਿਦ ਮੀ, ਐਂ ਲੱਗਦਾ ਸੀ ਜ਼ਿੰਦਗੀ ਵੀ ਮੇਰੇ ਨਾਲ ਮਰ ਰਹੀ ਸੀ। ਆਵਰ ਆਫਟਰ ਆਵਰ ਆਈ ਵੁੱਡ ਲਾਈ ਔਨ ਦ ਬੈਡ ਐਜ਼ ਇਫ ਸਟੇਰਿੰਗ ਐਟ ਦ ਸੀਲਿੰਗ, ਹਰ ਘੰਟਾ ਬੀਤਦਾ ਜਾ ਰਿਹਾ ਸੀ ਤੇ ਮੈਂ ਬਸ ਪਿਆ ਸੀ, ਐਵੇਂ ਲੱਗ ਰਿਹਾ ਸੀ ਜਿਵੇਂ ਛੱਤ ਵੱਲ ਦੇਖ ਰਿਹਾ ਹੋਵਾਂ, ਮਤਲਬ ਦਿਖਦਾ ਤਾਂ ਹੈ ਨਹੀਂ ਸੋਨੂੰ, ਪਰ ਉੱਪਰ ਨੂੰ ਦੇਖ ਰਿਹਾ ਸੀ। ਹਾਊ ਡੂ ਯੂ ਡੂ, ਕਿਵੇਂ ਹੋ ਤੁਸੀਂ? ਹੀ ਵਾਜ਼ ਮਾਈ ਵਾਰਡਮੇਟ ਨਈਮ, ਉਹ ਮੇਰਾ ਵਾਰਡਮੇਟ ਸੀ ਨਈਮ, ਨਈਮ ਉਸਦਾ ਨਾਮ ਹੈ। ਹੀ ਵਾਜ਼ ਨੋਨ ਐਜ਼ ਨੰਬਰ 29, ਉਸਨੂੰ 29 ਨੰਬਰ ਕਹਿ ਕੇ ਬੁਲਾਇਆ ਜਾਂਦਾ ਸੀ। ਮਤਲਬ ਜਿਵੇਂ ਹਸਪੀਟਲਸ ਦੇ ਵਿੱਚ ਇੰਨੇ ਪੇਸ਼ੈਂਟ ਹੁੰਦੇ ਨੇ ਤਾਂ ਉਹ ਪੇਸ਼ੈਂਟਸ ਦੇ ਨਾਮ ਦੀ ਬਜਾਏ ਉਹਨਾਂ ਨੂੰ ਬੈੱਡ ਨੰਬਰ ਜੋ ਹੁੰਦਾ ਉਹ ਕਹਿ ਦਿੰਦੇ ਨੇ ਵੀ ਉਹ ਨੰਬਰ ਪੇਸ਼ੈਂਟ ਹੈ ਇਹ, ਉਹਨਾਂ ਨੰਬਰ ਪੇਸ਼ੈਂਟ ਹੈ ਇਹ। ਦੈਟ ਬੀਇੰਗ ਦ ਨੰਬਰ ਆਫ ਹਿਸ ਬੈੱਡ, ਕਿਉਂਕਿ ਉਹ ਇਸਦੇ ਬੈੱਡ ਦਾ ਨੰਬਰ ਸੀ। ਕਿੰਨਾ ਨੰਬਰ ਸੀ? 29। ਅ ਸੌਫਟ ਸਪੋਕਨ cheerful man who comforted me with many a story, ਇੱਕ ਬਹੁਤ ਹੀ ਸੋਹਣਾ ਬੋਲਣ ਵਾਲਾ, ਬਹੁਤ ਹੀ ਖੁਸ਼ ਮਿਜ਼ਾਜ ਉਹ ਮੇਰੇ ਕੋਲ ਆਇਆ ਅਤੇ ਮੈਨੂੰ ਵਧੀਆ ਕਹਾਣੀਆਂ ਸੁਣਾ ਕੇ ਮੈਨੂੰ ਬਹਿਲਾਣ ਲੱਗਿਆ। ਡਾਇਵਰਟਿੰਗ ਮਾਈ ਮਾਈਂਡ ਫਰੋਮ ਦ ਸ਼ੌਕਿੰਗ ਰੀਅਲਿਸਟਿਕਸ ਆਫ ਲਾਈਫ, ਉਹ ਮੇਰਾ ਮਨ ਜੋ ਸੀ ਡਾਇਵਰਟ ਕਰ ਰਿਹਾ ਸੀ, ਕਿਸੇ ਹੋਰ ਪਾਸੇ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਜੋ ਮੇਰੀ ਜ਼ਿੰਦਗੀ ਦੀ ਸ਼ੌਕਿੰਗ ਸੱਚਾਈ ਸੀਗੀ ਉਹ ਉਸ ਤੋਂ ਮੈਨੂੰ ਦੂਰ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ। ਐਕਸੈਪਟ ਹੀ ਲਿੰਪਡ and he was on bed number 29, I hardly knew anything about him, ਬਸ ਇੱਕ ਮੈਨੂੰ ਇੰਨਾ ਪਤਾ ਸੀ ਕਿ ਉਹ ਥੋੜਾ ਲੰਗੜਾਂਦਾ ਸੀ ਕਿਉਂਕਿ ਉਹ ਸ਼ਾਇਦ ਸੋਟੀ ਲੈ ਕੇ ਤੁਰਦਾ ਸੀ, ਹੈ ਨਾ। ਤੇ ਇੱਕ ਤਾਂ ਮੈਨੂੰ ਇਹ ਪਤਾ ਸੀ ਤੇ ਨਾਲ ਹੀ ਮੈਨੂੰ ਇਹ ਪਤਾ ਸੀ ਕਿ ਉਹ ਬੈਡ ਨੰਬਰ 29 ਤੇ ਸੀ। ਇਸ ਤੋਂ ਇਲਾਵਾ ਮੈਨੂੰ ਉਸ ਦੇ ਬਾਰੇ ਕੁਝ ਖਾਸ ਨਹੀਂ ਪਤਾ ਸੀ। He wonderfully described the birds hopping among smiling flower beds, the brightness of the morning that I imagined I could see the scene myself। ਤਾਂ ਉਹ ਮੇਰੇ ਕੋਲ ਆਂਦਾ, ਮੈਨੂੰ ਬਾਹਰ ਜੋ ਚਿੜੀਆਂ ਉੜ ਰਹੀਆਂ ਨੇ
ਉਹਨਾਂ ਬਾਰੇ ਦੱਸਦਾ, ਬਾਹਰ ਫੁੱਲਾਂ ਬਾਰੇ ਦੱਸਦਾ ਤੇ ਸਵੇਰ ਦੇ ਚਾਨਣ ਬਾਰੇ ਦੱਸਦਾ। ਐਂਡ ਦੈਟ ਆਈ ਇਮੈਜਿਨਡ ਆਈ ਕੁਡ ਸੀ, ਤੇ ਮੈਨੂੰ ਇਹ ਲੱਗਦਾ ਕਾਸ਼ ਮੈਂ ਵੀ ਦੇਖ ਸਕਦਾ ਹੁੰਦਾ। ਗੋ ਔਨ ਆਈ ਵੁਡ ਅਰਜ ਵਟ ਐਵਰ ਵੈਨ ਐਵਰ ਹੀਜ਼ ਵੌਇਸ ਸਟੋਪ, ਜਦੋਂ ਵੀ ਉਹ ਰੁਕ ਜਾਂਦਾ ਤਾਂ ਮੈਂ ਉਹ ਕਹਿੰਦਾ ਕਿ ਅੱਗੇ ਵੀ ਦੱਸ, ਹੋਰ ਬੋਲ। ਦਸ ਹੀ ਵੁਡ ਮਾਈਨਿਊਟਲੀ ਡਿਸਕ੍ਰਾਈਬ ਦ ਸੀਨ, ਫਿਰ ਮੈਨੂੰ ਹੋਰ ਵੀ ਉਹ ਬਰੀਕੀ ਦੇ ਨਾਲ ਸੀਨ ਦੱਸਣ ਲੱਗ ਜਾਂਦਾ। ਮਾਈਨਿਊਟਲੀ ਕੀ ਹੁੰਦਾ ਬੱਚੋ? ਬਰੀਕੀ ਦੇ ਨਾਲ, ਹੋਰ ਸੂਖਸ਼ਮਤਾ ਹਿੰਦੀ ਦਾ ਵਰਡ ਹੁੰਦਾ, ਉਸ ਦੇ ਨਾਲ ਦੱਸਦਾ। ਜਿਵੇਂ ਕਿ ਘਾਹ ਦੇ ਉੱਪਰ ਮੱਖੀ ਬੈਠੀ ਹੈ, ਘਾਹ ਦੇ ਉੱਪਰ ਤਿਤਲੀ ਬੈਠੀ ਹੈ, ਲਾਈਕ ਦਿਸ, ਇਸ ਤਰ੍ਹਾਂ ਇਹ ਬਰੀਕੀਆਂ ਦੱਸਣਾ। ਹਿਜ਼ ਵਿੰਡੋਜ਼ ਦ ਹੋਲ ਡੇ, ਤਾਂ ਉਹ ਆਪਣੀ ਵਿੰਡੋ ਤੋਂ ਬਾਹਰ ਦੇਖਦਾ ਰਹਿੰਦਾ ਸੀ। ਦਿਸ ਗੇਵ ਹੋਪ ਟੂ ਮੀ, ਤੇ ਇਹ ਮੈਨੂੰ ਉਮੀਦ ਦਿੰਦਾ ਸੀ। ਲਿਸਨ ਹੀ ਸੈਡ ਵਨ ਮਾਰਨਿੰਗ, ਸਟਾਰਟ ਪੇਂਟਿੰਗ ਵਿਚ ਐਜ਼ ਯੂ ਸੈਡ ਵਾਜ਼ ਯੂਰ ਹੌਬੀ ਬਿਫੋਰ। ਸੁਣ, ਤੂੰ ਨਾ ਪੇਂਟਿੰਗ ਸਟਾਰਟ ਕਰ ਲੈ ਦੁਬਾਰਾ, ਤੂੰ ਕਿਹਾ ਸੀ ਨਾ ਤੇਰੀ ਹੌਬੀ ਸੀ ਪਹਿਲਾਂ। ਇੱਕ ਸਵੇਰ ਉਸਨੇ ਮੈਨੂੰ ਕਿਹਾ। ਆਈ ਲੈਸ਼ਡ ਆਊਟ ਐਟ ਹਿਮ, ਮੈਂ ਗੁੱਸੇ ਨਾਲ ਉਹਦੇ ਉੱਪਰ ਚਿল্ਲਾਇਆ। ਆਈ ਸ਼ਾਊਟਡ getting hysterical that he had no right to joke about my art, ਤਾਂ ਮੈਨੂੰ ਇਹ ਲੱਗ ਰਿਹਾ ਸੀ ਕਿ ਸ਼ਾਇਦ ਉਹ ਮੇਰੇ ਆਰਟ ਦੀ, ਮੇਰੇ ਕਲਾ ਦੀ ਮਜ਼ਾਕ ਉਡਾ ਰਿਹਾ, ਕਿਉਂਕਿ ਹੁਣ ਮੈਂ ਅੰਨਾ ਹੋ ਚੁੱਕਿਆ, ਮੈਂ ਹੁਣ ਪੇਂਟਿੰਗ ਨਹੀਂ ਕਰ ਸਕਦਾ। He limped away to his bed, ਤਾਂ ਫਿਰ ਉਹ ਵਾਪਿਸ ਚਲਾ ਗਿਆ। ਜਦੋਂ ਮੈਂ ਉਹਤੇ ਚਿল্ਲਾਇਆ ਤਾਂ ਉਹ ਵਾਪਿਸ ਚਲਾ ਗਿਆ। Days passed, ਕਈ ਦਿਨ ਬੀਤ ਗਏ ਇਸ ਤਰ੍ਹਾਂ। Then one day I asked him if he had been moved by anything. Yes, he began slowly. Well, many things. He suddenly brightened. Ah, yes. Once I walked by a farmhouse on a golden October evening and I saw a haystack. It wasn't straw. It was pure gold. All around the world was ablaze with color, red leaves, white ducks basking in the last golden rays of the sun setting on the blood-red west. There I stood and gasped, unable to move. What? I cried. Didn't you paint it? There was an uneasy silence which embarrassed me for having asked such a question. After all, I thought everyone is not an artist. I mean, I would have painted it, I said hurriedly. Why don't you paint? It is my mind and I know you can paint. Do please say yes, he pleaded, and before I knew what I did, I said yes. ਹਾਂਜੀ ਬੱਚੋ, ਦੇਖੋ ਇੱਥੇ ਕੀ ਹੋਇਆ। ਕਈ ਦਿਨ ਬੀਤ ਗਏ ਤਾਂ ਹੁਣ ਮਨਾ ਕਰਤਾ ਸੀ। ਪਹਿਲਾਂ ਤਾਂ ਆਥਰ ਨੇ, ਰਾਈਟਰ ਨੇ ਮਨਾ ਕਰਤਾ ਸੀ ਨਾਈਮ ਨੂੰ ਕਿ ਉਹਨੇ ਝਿੜਕ ਕੇ ਪਿਆ ਸੀ ਕਿ ਤੂੰ ਮੈਨੂੰ ਐਵੇਂ ਕਿਉਂ ਕਿਹਾ। ਤਾਂ ਉਸ ਤੋਂ ਬਾਅਦ ਕੀ ਹੋਇਆ, ਇੱਕ ਦਿਨ ਰਾਈਟਰ ਨੇ ਨਾਈਮ ਨੂੰ ਪੁੱਛਿਆ ਕਿ ਤੂੰ ਕਦੇ ਕਿਸੇ ਚੀਜ਼ ਤੋਂ ਤੈਨੂੰ ਉਹ ਨਹੀਂ ਪ੍ਰਭਾਵਿਤ ਨਹੀਂ ਹੋਇਆ ਤੂੰ ਕਦੇ? ਤਾਂ ਉਹਨੇ ਕਿਹਾ ਹਾਂ, ਬਹੁਤ ਚੀਜ਼ਾਂ ਤੋਂ ਮੈਂ ਪ੍ਰਭਾਵਿਤ ਹੋਇਆ। ਤਾਂ ਫਿਰ ਉਹ ਇੱਕਦਮ ਹੀ ਦੱਸਣ ਲੱਗ ਗਿਆ। ਕੀ ਦੱਸਣ ਲੱਗ ਗਿਆ? ਕਿ ਇੱਕ ਵਾਰ ਮੈਂ ਇੱਕ ਫਾਰਮ ਹਾਊਸ ਕੋਲੋਂ ਨਿਕਲ ਰਿਹਾ ਸੀ ਤੇ ਅਕਤੂਬਰ ਦਾ ਮਹੀਨਾ ਸੀ, ਅਕਤੂਬਰ ਦੀ ਸ਼ਾਮ ਸੀ, ਉੱਥੇ ਤੂੜੀ ਪਈ ਸੀ ਤੇ ਉਹ ਤੂੜੀ ਇਸ ਤਰ੍ਹਾਂ ਲੱਗਦੀ ਸੀ, ਹੇਸਟੈਕ ਆਇਆ ਨਾ ਵਿੱਚੋਂ, ਹੇਸਟੈਕ ਦਾ ਮਤਲਬ ਹੈ ਤੂੜੀ ਦਾ ਢੇਰ। ਤਾਂ ਉਹ ਤੂੜੀ ਇਸ ਤਰ੍ਹਾਂ ਲੱਗਦੀ ਸੀ ਜਿਵੇਂ ਕਿ ਸੋਨਾ ਪਿਆ ਹੋਵੇ। ਤਾਂ ਆਲ ਅਰਾਊਂਡ ਦ ਵਰਲਡ ਵਾਜ਼ ਅਬਲੇਜ਼ ਵਿਦ ਕਲਰ, ਤੇ ਉਸ ਸੋਨੇ ਦੇ ਰੰਗ ਨਾਲ ਜਿਵੇਂ ਕਿ ਸਾਰਾ ਜਿਹੜਾ ਆਸ-ਪਾਸ ਸੀਗਾ ਉਹ ਚਮਕ ਰਿਹਾ ਹੋਵੇ। ਰੈਡ ਲੀਵਸ, ਵਾਈਟ ਡਕਸ basking in the last golden rays of the sun setting on the blood rest with। ਤਾਂ ਉਹ ਪੂਰਾ ਸੀਨ ਦੱਸ ਰਿਹਾ ਹੈ ਇੱਥੇ, ਠੀਕ ਹੈ। ਇਹਨੂੰ ਜ਼ਿਆਦਾ ਇਹਦੀ ਡੂੰਘਾਈ ਚ ਆਉਣ ਦੀ ਲੋੜ ਨਹੀਂ, ਕਿਉਂਕਿ ਨਾ ਤਾਂ ਇਹ 'ਤੇ ਕੋਈ ਕੁਐਸਚਨ ਆਣਾ, ਬਸ ਕਹਿਣ ਦਾ ਮਤਲਬ ਹੈ ਕਿ ਉਹ ਇੱਕ ਬਹੁਤ ਸੁੰਦਰ ਸੀਨ ਦੱਸ ਰਿਹਾ ਹੈ। ਤਾਂ ਉਸ ਤੋਂ ਬਾਅਦ ਇੱਕਦਮ ਹੀ ਜਿਹੜਾ ਆਰਟਿਸਟ ਹੈ, ਮਤਲਬ ਕਿ ਜਿਹੜਾ ਆਥਰ ਨੇ ਕਿਹਾ, ਹਾਏ ਇੰਨਾ ਸੋਹਣਾ ਸੀਨ ਸੀ, ਤੂੰ ਉਹਦੀ ਪੇਂਟਿੰਗ ਨਹੀਂ ਬਣਾਈ? ਤਾਂ ਜਿਹੜਾ ਨਾਈਮ ਸੀ ਉਹ ਚੁੱਪ ਹੋ ਜਾਂਦਾ ਹੈ ਇੱਕਦਮ। ਤਾਂ ਉਹ ਫਿਰ ਜਿਹੜਾ ਆਥਰ ਹੁੰਦਾ ਹੈ ਉਸਨੂੰ ਲੱਗਦਾ ਹੈ ਓਹੋ ਮੈਂ ਇਹੋ ਜਿਹਾ ਕੁਐਸਚਨ ਕਿਉਂ ਪੁੱਛ ਲਿਆ, ਸਾਰੇ ਥੋੜ੍ਹਾ ਨਾ ਪੇਂਟਿੰਗ ਬਣਾ ਸਕਦੇ ਨੇ। ਤਾਂ ਫਿਰ ਉਸਨੇ ਕਿਹਾ ਕਿ ਹਾਂ ਠੀਕ ਹੈ, ਕੋਈ ਗੱਲ ਨਹੀਂ, ਮੇਰਾ ਮਤਲਬ ਸੀ ਜੇ ਮੈਂ ਹੁੰਦਾ ਤਾਂ ਮੈਂ ਤਾਂ ਉਹਦੀ ਪੇਂਟਿੰਗ ਹੀ ਬਣਾ ਦਿੰਦਾ। ਤਾਂ ਫਿਰ ਨਾਈਮ ਨੇ ਕਿਹਾ ਫਿਰ ਹੁਣ ਬਣਾ ਲੈ, ਮੈਨੂੰ ਪਤਾ ਹੈ ਮੇਰਾ ਦਿਲ ਕਹਿੰਦਾ ਤੂੰ ਇੱਕ ਬਹੁਤ ਅੱਛੀ ਪੇਂਟਿੰਗ ਬਣਾਏਗਾ ਜੇ ਤੂੰ ਕਰੇ ਤਾਂ ਉਸਨੇ ਮੈਨੂੰ ਬਹੁਤ ਜ਼ਿਆਦਾ ਬਾਰ-ਬਾਰ ਹਾੜੇ ਕੱਢੇ। ਪਲੀਡਡ ਵਰਡ ਹੈ ਨਾ ਵਿੱਚ, ਪਲੀਡਡ ਦਾ ਮਤਲਬ ਕੀ ਹੁੰਦਾ, ਬਾਰ-ਬਾਰ ਕਹਿਣਾ ਕਿਸੇ ਨੂੰ।
ਜਿਹਨੂੰ ਆਪਾਂ ਹਾੜੇ ਕੱਢਣਾ ਕਹਿ ਦਿੰਦੇ ਹਾਂ ਪੰਜਾਬੀ 'ਚ। ਤਾਂ ਉਹਨੇ ਬਹੁਤ ਜ਼ਿਆਦਾ ਮੈਨੂੰ ਕਿਹਾ ਅਤੇ ਫਿਰ ਮੈਂ ਕਿਹਾ ਚੱਲ ਠੀਕ ਹੈ, ਮੈਂ ਹਾਂ ਕਰਤੀ। ਕਾਹਦੇ ਵਾਸਤੇ? ਪੇਂਟਿੰਗ ਕਰਨ ਲਈ। ਮਾਈ ਲਾਈਫ ਟੁਕ ਅ ਨਿਊ ਟਰਨ। ਤਾਂ ਹੁਣ ਮੇਰੀ ਜ਼ਿੰਦਗੀ 'ਚ ਇੱਕ ਨਵਾਂ ਮੋੜ ਆ ਗਿਆ। ਹੀ ਹੈਡ ਪ੍ਰੋਵਾਈਡਡ ਐਵਰੀਥਿੰਗ ਨੀਡਡ ਫॉर ਪੇਂਟਿੰਗ। ਤਾਂ ਉਸਨੇ ਮੈਨੂੰ ਸਭ ਕੁਝ ਲਿਆ ਕੇ ਦਿੱਤਾ ਜੋ ਵੀ ਮੈਨੂੰ ਪੇਂਟਿੰਗ ਦੇ ਲਈ ਚਾਹੀਦਾ ਸੀ। ਐਂਡ ਵੈਨ ਦ ਹੌਸਪੀਟਲ ਅਟੈਂਡੈਂਟਸ ਕ੍ਰਾਈਡ ਆਊਟ ਇਨ ਸਰਪ੍ਰਾਈਜ਼ ਐਜ਼ ਦੇ ਐਂਟਰਡ ਦਾ ਰੂਮ। ਤਾਂ ਜਦੋਂ ਕਮਰੇ ਦੇ ਵਿੱਚ ਹੌਸਪੀਟਲ ਅਟੈਂਡੈਂਟਸ ਜਿਹੜੀਆਂ ਸੀਗੀਆਂ ਉਹ ਜਦੋਂ ਕਮਰੇ 'ਚ ਆਈਆਂ ਉਹ ਚੀਕੀਆਂ ਤਾਂ ਹੀ ਮੇਡ ਦੈਮ ਕੁਆਇਟ। ਤਾਂ ਉਹਨਾਂ ਨੇ ਨਈਮ ਨੇ ਉਹਨਾਂ ਨੂੰ ਚੁੱਪ ਕਰਾਤਾ। ਦੈਨ ਦ ਮਿਰੈਕਲ ਸਟਾਰਟਡ। ਫਿਰ ਚਮਤਕਾਰ ਹੋਣਾ ਸਟਾਰਟ ਹੋ ਗਿਆ। with eager but almost trembling fingers। ਮੇਰੇ ਅੰਦਰ ਇੱਕ ਉਤਸ਼ਾਹ ਸੀ ਤੇ ਨਾਲ ਹੀ ਮੇਰੀਆਂ ਉਂਗਲਾਂ ਕੰਬ ਰਹੀਆਂ ਸੀ। trembling ਕੰਬਣਾ। I started drawing a scene I had once admired। ਮੈਂ ਉਹ ਸੀਨ ਬਣਾਉਣਾ ਸ਼ੁਰੂ ਕੀਤਾ ਜਿਸ ਦੀ ਮੈਂ ਕਦੇ ਬਹੁਤ ਪ੍ਰਸ਼ੰਸਾ ਕੀਤੀ ਸੀ। ਆਈ ਲੇਬਰਡ ਔਨ। ਮੈਂ ਬਹੁਤ ਮਿਹਨਤ ਕੀਤੀ। ਐਂਡ ਸਕੈਚਿੰਗ ਦ ਸੀਨ ਫਰੋਮ ਦ ਕੈਨਵਸ ਆਫ ਮਾਈ ਮੈਮਰੀ। ਤੇ ਮੈਂ ਉਸ ਨੂੰ ਆਪਣੀ ਮੈਮਰੀ ਦੇ ਵਿੱਚੋਂ, ਆਪਣੀ ਯਾਦਦਾਸ਼ਤ ਦੇ ਵਿੱਚੋਂ ਕੈਨਵਸ ਦੇ ਉੱਪਰ ਉਤਾਰ ਦਿੱਤਾ। ਟੂ ਐਬਜ਼ੌਰਬ ਟੂ ਥਿੰਕ ਆਫ ਮਾਈ ਬਲਾਈਂਡਨੈਸ। ਕਿ ਮੈਂ ਇੰਨਾ ਉਹਦੇ ਵਿੱਚ ਖੋ ਗਿਆ ਕਿ ਮੈਂ ਆਪਣੇ ਅੰਨੇਪਨ ਨੂੰ ਵੀ ਭੁੱਲ ਗਿਆ। I finished the scene and in a shaky voice called for Naeem। मैं सारा scene अपने ਵੱਲੋਂ ਬਣਾਤਾ ਤੇ ਫਿਰ ਮੈਂ ਨਈਮ ਨੂੰ ਬੁਲਾਇਆ। He wandered to my bed। ਤਾਂ ਉਹ ਲੰਗੜਾਉਂਦੇ ਹੋਏ ਮੇਰੇ ਕੋਲ ਆਇਆ। For a while I heard nothing। ਤਾਂ ਕੁਝ ਦੇਰ ਉਹ ਕੁਝ ਨਹੀਂ ਬੋਲਿਆ। My heart sank। ਮੇਰਾ ਦਿਲ ਡੁੱਬਣ ਲੱਗ ਗਿਆ, ਮਤਲਬ ਮੈਂ ਘਬਰਾਉਣ ਲੱਗ ਗਿਆ। I must have bungled it। ਮੈਂ ਕਿਹਾ ਵੀ ਮੈਂ ਤਾਂ ਸਾਰਾ ਇਹ ਬੇਕਾਰ ਬਣਾਇਆ ਹੋਊਗਾ। I thought। ਮੈਂ ਸੋਚਿਆ। Then his voice broke the silence। ਫਿਰ ਉਹ ਇੱਕਦਮ ਬੋਲਿਆ ਤੇ ਜਿਸ ਨਾਲ ਆਸ-ਪਾਸ ਦੀ ਚੁੱਪੀ ਟੁੱਟ ਗਈ। It's marvelous। It's unbelievable। You are a genius, man। A genius। Who would say you are blind। ਤਾਂ ਇੱਕਦਮ ਉਸਨੇ ਬਹੁਤ ਜ਼ਿਆਦਾ ਪ੍ਰੇਜ਼ ਕੀਤੀ। I felt relaxed। ਤਾਂ ਮੈਨੂੰ ਆਰਾਮ ਆਇਆ। And I said, really? ਸੱਚੀ? I could never believe had it not happened with myself। ਤਾਂ ਉਹਨੇ ਕਿਹਾ ਕਿ ਮੈਂ ਕਦੇ ਇਹ ਗੱਲ ਦਾ ਯਕੀਨ ਨਾ ਕਰਦਾ ਵੀ ਇੱਕ ਅੰਨਾ ਇਨਸਾਨ ਵੀ ਪੇਂਟਿੰਗ ਬਣਾ ਸਕਦਾ ਜੇ ਮੇਰੇ ਨਾਲ ਇਹ ਨਾ ਹੋਇਆ ਹੁੰਦਾ। ਈਵਨ every morning after breakfast Naeem would come to my bed in a dreamy voice। he would describe a scene। ਤਾਂ ਹੁਣ ਰੋਜ਼ ਦਾ ਕੰਮ ਹੋ ਗਿਆ। ਨਈਮ ਆਂਦਾ, ਇੱਕ ਸੀਨ ਡਿਸਕ੍ਰਾਈਬ ਕਰਦਾ ਤੇ ਮੈਂ ਉਹਦੀ ਪੇਂਟਿੰਗ ਬਣਾਉਂਦਾ। which I would work from dawn to dusk। dawn ਕੀ ਹੁੰਦੀ ਹੈ ਵਿੱਚ ਸਵੇਰ ਤੋਂ ਲੈ ਕੇ dusk ਕੀ ਹੁੰਦੀ ਹੈ ਸ਼ਾਮ ਤੱਕ। as if the day would never end। ਐਵੇਂ ਲੱਗਦਾ ਸੀ ਦਿਨ ਖਤਮ ਹੀ ਨਹੀਂ ਹੋ ਰਿਹਾ ਸੀ। one canvas finished and another started। ਇੱਕ ਪੇਂਟਿੰਗ ਮੈਂ ਖਤਮ ਕਰਦਾ, ਦੂਜੀ ਸ਼ੁਰੂ ਕਰ ਲੈਂਦਾ। it was wonderful। ਬਹੁਤ ਵਧੀਆ ਚੱਲ ਰਿਹਾ ਸੀ। Naeem would make me draw all the magic dreamland scenery। ਤੇ ਨਈਮ ਮੈਨੂੰ ਇਹੋ ਜਿਹੇ ਸੀਨ ਦੱਸਦਾ ਜਿਹੜੇ ਕਿ ਮੈਨੂੰ ਸੁਪਨਿਆਂ ਦੀ ਦੁਨੀਆ 'ਚ ਲੈ ਜਾਂਦੇ। losing myself in his world of colors forgetting my blindness। ਤੇ ਉਹ ਮੈਨੂੰ ਕਹਿੰਦਾ ਇਹ ਜਿਹਾ ਲਾਲ ਰੰਗ ਇੱਥੇ ਲਗਾਈ, ਇੱਥੇ ਪੀਲਾ ਲਗਾਈ, ਇੱਥੇ ਹਰਾ ਲਗਾਈ। ਤਾਂ ਮੇਰਾ ਹੱਥ ਫੜ ਕੇ ਉਹ ਕਹਿ ਦਿੰਦਾ ਸੀ ਆਹ ਲਾਲ ਰੰਗ ਹੈ ਆਹ ਲਗਾ ਦੇ। ਮੇਰਾ ਹੱਥ ਫੜ ਕੇ ਕਹਿੰਦਾ ਸੀ ਆਹ ਪੀਲਾ ਰੰਗ ਹੈ ਆਹ ਲਗਾ ਦੇ। ਤਾਂ ਇਸ ਤਰ੍ਹਾਂ ਮੈਂ ਆਪਣੀ ਅੰਨੇਪਨ ਨੂੰ ਬਿਲਕੁਲ ਭੁੱਲ ਗਿਆ। ਆਈ ਕ੍ਰੀਏਟਡ ਔਨ ਪੇਪਰ all he said। ਤੇ ਜੋ ਉਹ ਕਹਿੰਦਾ ਸੀ ਮੈਂ ਪੇਪਰ ਦੇ ਉੱਪਰ ਬਣਾਉਂਦਾ ਜਾ ਰਿਹਾ ਸੀ। ਹੀ ਆਲਵੇਜ਼ ਪ੍ਰੇਜ਼ਡ ਮੀ। ਉਹ ਹਮੇਸ਼ਾ ਹੀ ਮੇਰੀ ਪੇਂਟਿੰਗ ਨੂੰ ਦੇਖ ਕੇ ਤਾਰੀਫ ਕਰਦਾ ਸੀ। ਐਂਡ ਆਈ ਬਿਕੇਮ ਮੋਰ ਐਂਡ ਮੋਰ ਕਨਵਿੰਸਡ ਆਫ ਮਾਈ ਜੀਨੀਅਸ। ਤੇ ਇਸ ਤਰ੍ਹਾਂ ਮੈਂ ਹੋਰ ਜ਼ਿਆਦਾ ਆਪਣੇ ਆਪ ਦੇ ਕਨਵਿੰਸ ਹੁੰਦਾ ਗਿਆ ਕਿ ਹਾਂ ਮੈਂ ਤਾਂ ਵਾਕਈ ਇੱਕ ਜੀਨੀਅਸ ਹਾਂ। ਹੀ ਵੁੱਡ ਹਿਮਸੈਲਫ ਮਿਕਸ ਦਾ ਕਲਰ। ਉਹ ਖੁਦ ਕਲਰਸ ਮਿਲਾ ਕੇ ਦਿੰਦਾ ਸੀ ਮੈਨੂੰ ਵੀ ਆ ਤੇਰਾ ਥੋੜਾ ਲਾਈਟ ਗ੍ਰੀਨ ਬਣਾਇਆ ਮੈਂ ਇਹ ਇੱਥੇ ਪੱਤਿਆਂ ਤੇ ਲਗਾ ਦੀ। ਐਂਡ ਸੁਜੈਸਟ ਫੇਂਟ ਸ਼ੇਡ ਹੀਅਰ, ਡਾਰਕ ਲਾਈਨ ਹੀਅਰ ਦੇਅਰ। ਤਾਂ ਉਹ ਮੈਨੂੰ ਸੁਜੈਸਟ ਕਰਦਾ ਸੀ ਵੀ ਇੱਥੇ ਲਾਈਟ ਕਲਰ ਲਗਾਈ, ਇੱਥੇ ਡਾਰਕ। ਤਾਂ ਇਸ ਤਰ੍ਹਾਂ ਮੈਂ ਪੇਂਟਿੰਗਸ ਬਣਾਉਂਦਾ ਗਿਆ। ਇਟ ਵਾਜ਼ ਦੈਨ ਦੈਟ ਦ ਡਾਕਟਰ ਆਪਰੇਟਡ ਮੀ ਅਗੇਨ। ਤਾਂ ਹੁਣ ਇੱਥੇ ਇਹਦਾ ਦੂਜਾ ਆਪਰੇਸ਼ਨ ਹੋਣਾ ਸੀ। Naeem had taken over the work of reading to me or describing scene from my window as I was unable to move from the bed। ਤਾਂ ਹੁਣ ਨਈਮ ਨੇ ਫਿਰ ਤੋਂ ਇਹ ਕੰਮ ਸਾਂਭ ਲਿਆ। ਉਹ ਮੈਨੂੰ ਬਾਹਰੋਂ ਗੱਲਾਂ ਸੁਣਾਉਂਦਾ, ਬਾਹਰ ਕੀ ਚੱਲ ਰਿਹਾ ਸੀਨ ਦੱਸਦਾ। as days passed my anxiety increased। ਤਾਂ ਦਿਨ ਬੀਤਦੇ ਗਏ, ਮੇਰੀ ਉਤਸੁਕਤਾ ਵੀ ਵੱਧਦੀ ਗਈ। partly because I wanted to see the world of colors with my own eyes but mostly because I had spent my last rupee on this very operation। ਤਾਂ ਇਹ ਉਤਸੁਕਤਾ, ਐਂਗਜ਼ਾਇਟੀ ਉਤਸੁਕਤਾ ਵੀ ਹੁੰਦੀ ਹੈ, ਐਂਗਜ਼ਾਇਟੀ ਚਿੰਤਾ ਵੀ ਹੁੰਦੀ ਹੈ।
ਤਾਂ ਚਿੰਤਾ ਕਿਸ ਗੱਲ ਦੀ ਸੀ ਇੱਥੇ ਕਿ ਇੱਕ ਪਾਸੇ ਤਾਂ ਉਹ ਦੁਨੀਆ ਨੂੰ ਦੇਖਣਾ ਚਾਹੁੰਦਾ ਸੀ, ਦੂਜੇ ਪਾਸੇ ਉਹਨੂੰ ਚਿੰਤਾ ਇਸ ਗੱਲ ਦੀ ਸੀ ਕਿ ਜੇ ਹੁਣ ਮੇਰਾ ਆਪਰੇਸ਼ਨ ਇਹ ਵਾਲਾ ਜਿਹੜਾ ਹੋ ਚੁੱਕਿਆ ਸੈਕਿੰਡ ਆਪਰੇਸ਼ਨ, ਤਾਂ ਜੇ ਇਹ ਫੇਲ ਹੋ ਗਿਆ ਤਾਂ ਮੈਂ ਤਾਂ ਆਪਣਾ ਸਾਰਾ ਪੈਸਾ ਹੁਣ ਇਸ 'ਤੇ ਲਗਾਤਾ, ਹੁਣ ਮੇਰੇ ਕੋਲ ਹੋਰ ਪੈਸੇ ਵੀ ਨਹੀਂ ਹੈਗੇ ਜੇ ਹੁਣ ਮੇਰਾ ਆਪਰੇਸ਼ਨ ਸਕਸੈਸਫੁਲ ਨਾ ਰਿਹਾ। ਐਂਡ ਇਨ ਕੇਸ ਆਫ ਫੇਲਿਅਰ ਆਈ ਵੁੱਡ ਹੈਵ ਟੂ ਲੀਡ ਦਾ ਰਿਚ ਲਾਈਫ ਆਫ ਡਾਰਕਨੈਸ ਐਂਡ ਮਿਜ਼ਰੀ। ਜੇ ਮੇਰਾ ਆਪਰੇਸ਼ਨ ਫੇਲ ਹੋ ਗਿਆ ਤਾਂ ਮੈਂ ਸਾਰੀ ਉਮਰ ਹੀ ਅੰਨਾ ਬਣ ਕੇ ਮੈਨੂੰ ਰਹਿਣਾ ਪਊਗਾ। ਤਾਂ ਇਹ ਮੇਰੇ ਮਨ 'ਚ ਆ ਰਿਹਾ ਸੀ। I went to the doctor's room with the nurse. ਤਾਂ ਨਰਸ ਮੈਨੂੰ ਡਾਕਟਰ ਦੇ ਕਮਰੇ 'ਚ ਲੈ ਕੇ ਗਈ। Naeem came, ਨਾਈਮ ਆਇਆ ਉੱਥੇ and said, ਤੇ ਕਿਹਾ ਮੈਨੂੰ, it's a beautiful day, I hope you see it soon. ਮੈਨੂੰ ਕਿਹਾ ਕਿ ਬਹੁਤ ਬਾਰ ਵਧੀਆ ਡੇ ਚੜਿਆ ਹੋਇਆ, ਦਿਨ ਚੜਿਆ ਹੋਇਆ, ਮੈਂ ਉਮੀਦ ਕਰਦਾ ਵੀ ਤੂੰ ਇਹਨੂੰ ਦੇਖ ਸਕੇ। I tried to answer but there was a lump in my throat. ਮੈਂ ਕੁਝ ਕਹਿਣਾ ਚਾਹੁੰਦਾ ਸੀ ਪਰ ਮੇਰਾ ਗਲਾ ਭਰ ਗਿਆ। I smelt the smell of the operation theatre. ਤੇ ਮੈਨੂੰ ਆਸ-ਪਾਸ ਆਪਰੇਸ਼ਨ ਥੀਏਟਰ ਦੀ ਸਮੈਲ ਆ ਰਹੀ ਸੀ। I felt gloved hand touching me gently. ਤੇ ਮੈਨੂੰ ਪਤਾ ਲੱਗ ਰਿਹਾ ਸੀ ਕਿ ਗਲਵਜ਼ ਪਾਏ ਹੋਏ ਹੱਥ ਨੇ ਜਿਹੜੇ ਉਹ ਮੈਨੂੰ ਟੱਚ ਕਰ ਰਹੇ ਨੇ। My bandage was being unwound. ਤੇ ਮੇਰੀ ਜਲਦੀ ਹੀ ਜਿਹੜੀ ਬੈਂਡੇਜ ਸੀਗੀ, ਜਿਹੜੀ ਪੱਟੀ ਬੰਨੀ ਹੋਈ ਸੀ, ਉਹ ਖੁੱਲ੍ਹਣ ਵਾਲੀ ਸੀ। The clock ticked and voice said, ਤੇ ਘੜੀ ਸੀ ਜਿਹੜੀ ਉਹ ਟਿਕ ਟਿਕ ਕਰ ਰਹੀ ਸੀ। Open your eyes and I opened my eyes. There was the same unending darkness. ਤੇ ਮੈਨੂੰ ਅੱਖਾਂ ਖੋਲ੍ਹਣ ਦੇ ਲਈ ਕਿਹਾ ਤੇ ਜਦੋਂ ਅੱਖਾਂ ਖੋਲ੍ਹੀਆਂ ਤਾਂ ਫੇਰ ਤੋਂ ਉਹੀ ਹਨੇਰਾ। I was back in my room helped by the nurse. ਤੇ ਮੈਨੂੰ ਫੇਰ ਕਮਰੇ ਦੇ ਵਿੱਚ ਲੈ ਕੇ ਆਂਦਾ ਗਿਆ ਨਰਸ ਦੇ ਸਹਾਰੇ। So there was my life full of darkness. I buried my head in the pillow. Naeem was on my side consoling me. I will be going soon. ਤਾਂ ਉਹ ਫਿਰ ਮੈਂ ਪਿੱਲੋ ਦੇ ਵਿੱਚ ਆਪਣਾ ਸਿਰ ਦੇ ਕੇ ਰੋ ਰਿਹਾ ਸੀ ਜਦ ਪਿਆ ਸੀ। ਨਾਈਮ ਮੇਰੇ ਕੋਲ ਆਇਆ ਤੇ ਮੈਨੂੰ ਦਿਲਾਸਾ ਦਿੱਤਾ। ਕੰਸੋਲ ਕੀ ਹੁੰਦਾ? ਦਿਲਾਸਾ ਦੇਣਾ। I will be going soon ਨਾਈਮ ਮੈਂ ਹੁਣ ਬਸ ਚਲਾ ਜਾਊਂਗਾ, ਆਥਰ ਨੇ ਕਿਹਾ। I said sadly one day, I have no money now, though this operation cost me all I had. ਤਾਂ ਮੈਂ ਉਸਨੂੰ ਕਿਹਾ ਮੇਰੇ ਕੋਲ ਤਾਂ ਹੁਣ ਪੈਸੇ ਨਹੀਂ ਹੈ, ਹੁਣ ਪੈਸੇ ਨਾ ਹੋਣ ਕਰਕੇ ਅਗਲਾ ਆਪਰੇਸ਼ਨ ਮੈਂ ਕਰਾ ਨਹੀਂ ਸਕਦਾ ਤੇ ਹੁਣ ਮੈਂ ਹਸਪੀਟਲ 'ਚੋਂ ਮੈਨੂੰ ਜਾਣਾ ਹੀ ਪਵੇਗਾ। ਹੀ ਵਾਸ ਸ਼ੌਕਡ। ਉਹਨੂੰ ਝਟਕਾ ਲੱਗਿਆ। ਓ ਨੋ, ਆਈ ਹੈਵ ਸਮ ਮਨੀ। ਮੇਰੇ ਕੋਲ ਪੈਸੇ ਹੈਗੇ ਨੇ। ਯੂ ਕੈਨ ਹੈਵ ਇਟ। ਤੂੰ ਉਹ ਪੈਸੇ ਲੈ ਲਈ। ਹੀ ਸੈਡ ਸੌਫਟਲੀ। ਬਹੁਤ ਪਿਆਰ ਨਾਲ ਉਸਨੇ ਮੈਨੂੰ ਕਿਹਾ। ਆਈ ਰਿਪਲਾਈਡ ਫਰਮਲੀ। ਪਰ ਮੈਂ ਉਹਨੂੰ ਪੂਰੇ ਜ਼ੋਰ ਨਾਲ ਰਿਪਲਾਈ ਕੀਤਾ, ਉੱਤਰ ਦਿੱਤਾ, ਥੈਂਕਸ ਨਾਈਮ, ਆਈ ਹੈਵ ਨੈਵਰ ਬੈਗਡ ਨੋਰ ਵਿਲ ਆਈ। ਮੈਂ ਕਦੇ ਭੀਖ ਨਹੀਂ ਮੰਗੀ ਤੇ ਨਾ ਹੀ ਮੰਗੂੰਗਾ। ਥੈਂਕਸ ਆਲ ਦਾ ਸੇਮ। ਫਿਰ ਵੀ ਤੇਰਾ ਧੰਨਵਾਦ। ਹੀ ਟਰਾਈਡ ਟੂ ਪਰਸੂਏਡ ਮੀ। ਉਸਨੇ ਬਹੁਤ ਜ਼ੋਰ ਲਾਇਆ ਬਟ ਆਈ ਡਿਡਨਟ ਲਿਸਨ। ਪਰ ਮੈਂ ਉਹਦੀ ਗੱਲ ਨਹੀਂ ਸੁਣੀ। ਵਨ ਆਫਟਰਨੂਨ ਨਾਈਮ ਕੇਮ ਰਨਿੰਗ ਟੂ ਮਾਈ ਬੈਡ। ਫਿਰ ਇੱਕ ਦੁਪਹਿਰ ਨੂੰ ਨਾਈਮ ਮੇਰੇ ਕੋਲ ਆਇਆ ਭੱਜਿਆ। ਲਿਸਨ old fellow, there is a friend of mine who is an art lover. ਤਾਂ ਉਸਨੇ ਮੈਨੂੰ ਦੱਸਿਆ ਕਿ ਸੁਣ, ਮੇਰਾ ਇੱਕ ਦੋਸਤ ਹੈ, ਉਹ ਕਲਾ ਦਾ ਦੀਵਾਨਾ ਹੈ, ਕਲਾ ਪ੍ਰੇਮੀ ਹੈ। he wants to buy your paintings. ਤੇ ਉਹ ਤੇਰੀ ਪੇਂਟਿੰਗ ਖਰੀਦਣਾ ਚਾਹੁੰਦਾ ਹੈ। how can that be? they must be awful. ਉਹਨੂੰ ਕੌਣ ਖਰੀਦੂਗਾ? ਉਹ ਤਾਂ ਬਿਲਕੁਲ ਬੇਕਾਰ ਹੋਣਗੀਆਂ। I thought, ਮੈਂ ਸੋਚਿਆ, he is rich, we can strike a bargain. ਉਹ ਅਮੀਰ ਹੈ, ਆਪਾਂ ਉਹਦੇ ਨਾਲ ਥੋੜ੍ਹੀ ਗੱਲਬਾਤ ਕਰ ਲਾਂਗੇ। ਆਈ ਕੰਸੈਂਟਡ। ਮੈਂ ਮੰਨ ਗਿਆ ਵੀ ਚਲ ਠੀਕ ਹੈ, ਜਿੰਨੇ ਦੀ ਵਿਕੂਗੀ ਉਹਨੇ ਦੀ ਸਹੀ। ਐਂਡ ਨਾਈਮ ਡਾਂਸਡ ਰਾਊਂਡ ਦ ਰੂਮ ਵਿਦ ਜੋਏ। ਤੇ ਨਾਈਮ ਸਾਰੇ ਕਮਰੇ 'ਚ ਨੱਚਦਾ ਫਿਰਦਾ ਸੀ। ਨੈਕਸਟ ਡੇ ਹੀ ਹੈਂਡਡ ਮੀ ਸਮ ਕ੍ਰਿਸਪ ਬੈਂਕ ਨੋਟਸ। ਅਗਲੇ ਦਿਨ ਉਸਨੇ ਮੇਰੇ ਹੱਥ ਵਿੱਚ ਬੈਂਕ ਦੇ ਕੜਕ ਨੋਟ ਧਰ ਦਿੱਤੇ। ਮਾਈ ਹੈਪੀਨੈਸ ਨਿਊ ਨੋ ਬੌਂਡਸ। ਤਾਂ ਮੇਰੀ ਖੁਸ਼ੀ ਦੀ ਕੋਈ ਸੀਮਾ ਨਾ ਰਹੀ। ਹੋਪ ਸੋਰਡ once again. ਫਿਰ ਤੋਂ ਇੱਕ ਵਾਰ ਮੇਰੇ ਅੰਦਰ ਉਮੀਦ ਜਾਗੀ। once again I was living for something. ਫਿਰ ਤੋਂ ਮੈਂ ਇੱਕ ਵਾਰ ਜੀਣ ਲੱਗਿਆ ਕਿਸੇ ਕੰਮ ਦੇ ਲਈ। I took to painting again. ਮੈਂ ਫਿਰ ਤੋਂ ਪੇਂਟਿੰਗ ਬਣਾਉਣੀ ਸ਼ੁਰੂ ਕਰਨ ਲੱਗਿਆ। every morning Naeem would sit by my side and begin his dreamy tale. I drew on and on. The unknown buyer appeared off and on and bought my paintings. Naeem described scenes of the four seasons with such
feelings, especially the sunset one, pink, purple, white, violet and all shades of gold were splashed before my mind's eye। ਤਾਂ ਇਸ ਤਰ੍ਹਾਂ ਮੈਂ ਰੋਜ਼ ਹੀ ਰੋਜ਼ ਪੇਂਟਿੰਗ ਬਣਾਉਂਦਾ ਗਿਆ ਤੇ ਕੋਈ ਆਂਦਾ ਤੇ ਮੇਰੀਆਂ ਪੇਂਟਿੰਗਸ ਲੈ ਕੇ ਚਲਾ ਜਾਂਦਾ ਤੇ ਪੈਸੇ ਦੇ ਜਾਂਦਾ ਤੇ ਨਹੀਂ ਮੈਨੂੰ ਹੋਰ ਸੀਨ ਦੱਸਦਾ ਰਹਿੰਦਾ, ਖਾਸ ਕਰਕੇ ਸ਼ਾਮ ਦੇ ਸੀਨ। All my paintings had been bought, ਸਾਰੀਆਂ ਮੇਰੀਆਂ ਪੇਂਟਿੰਗਸ ਖਰੀਦ ਲਈਆਂ ਗਈਆਂ ਸੀ। and I found myself ready for the third operation, ਤੇ ਮੇਰੇ ਕੋਲ ਹੁਣ ਇੰਨਾ ਪੈਸਾ ਹੋ ਗਿਆ ਸੀ ਕਿ ਮੈਂ ਥਰਡ ਆਪਰੇਸ਼ਨ ਕਰਾ ਸਕਾਂ। after the operation when I regained, ਹੁਣ ਇੱਥੇ ਥਰਡ ਆਪਰੇਸ਼ਨ ਹੋ ਗਿਆ ਇਹਦਾ। after the operation when I regained consciousness, I was told not to move or speak with anyone। तो मैं ਵਾਪਿਸ ਆਇਆ, ਮਤਲਬ ਪਹਿਲਾਂ ਬੇਹੋਸ਼ ਕਰਤਾ ਸੀ ਮੈਨੂੰ ਆਪਰੇਸ਼ਨ ਕਰਨ ਦੇ ਲਈ। ਜਦੋਂ ਮੇਰੀ ਬੇਹੋਸ਼ੀ ਤੋਂ ਮੈਂ ਵਾਪਿਸ ਆਇਆ ਤਾਂ ਮੈਨੂੰ ਕਿਹਾ ਗਿਆ ਵੀ ਕਿ ਹਜੇ ਹਿੱਲਣਾ ਨਹੀਂ ਤੇ ਬੋਲਣਾ ਨਹੀਂ ਕਿਸੇ ਨਾਲ। when my bandage was to be opened, I asked for name। ਜਦੋਂ ਮੇਰੀ ਬੈਂਡੇਜ ਖੋਲੀ ਗਈ ਤਾਂ ਮੈਂ ਨਈਮ ਦੇ ਲਈ ਕਿਹਾ ਵੀ ਮੇਰੇ ਸਾਹਮਣੇ ਨਈਮ ਨੂੰ ਲੈ ਕੇ ਆਓ। ਬਟ ਦ ਨਰਸ ਸੈਡ ਹੀ ਵਾਜ਼ ਇਲ, ਪਰ ਨਰਸ ਨੇ ਕਿਹਾ ਵੀ ਉਹ ਤਾਂ ਬਿਮਾਰ ਹੈ ਐਂਡ ਕੁਡ ਨੋਟ ਕਮ, ਕਿ ਉਹ ਇੱਥੇ ਨਹੀਂ ਆ ਸਕਦਾ। ਦ ਡਾਕਟਰ ਰਿਮੂਵ ਦ ਬੈਂਡੇਜ ਐਂਡ ਵੈਨ ਆਈ ਓਪਨ ਮਾਈ ਆਈਜ਼ ਅ ਫਲੈਸ਼ ਆਫ ਲਾਈਟ ਟੋਰ ਥਰੂ ਮਾਈ ਆਈਜ਼, ਆਈ ਕੁਡ ਸੀ। ਤਾਂ ਜਦੋਂ ਡਾਕਟਰ ਨੇ ਮੇਰੀ ਪੱਟੀ ਖੋਲੀ ਤਾਂ ਇੱਕ ਤੇਜ਼ ਰੋਸ਼ਨੀ ਨੇ ਮੇਰੀਆਂ ਅੱਖਾਂ 'ਚ ਝਾਕਿਆ ਤੇ ਮੈਂ ਹੁਣ ਦੇਖ ਸਕਦਾ ਸੀ। They wheeled me back to my room. I cried, Naeem, Naeem, sister, where is Naeem? ਤਾਂ ਮੈਨੂੰ ਵੀਲ ਚੇਅਰ ਤੇ ਕਮਰੇ 'ਚ ਲੈ ਕੇ ਜਾਇਆ ਗਿਆ। ਮੈਂ ਕਿਹਾ ਨਈਮ ਨਈਮ, ਸਿਸਟਰ ਨੂੰ ਪੁੱਛਿਆ ਸਿਸਟਰ ਨਈਮ ਕਿੱਥੇ ਹੈ? The nurse face turned pale as she handed me Naeem's letter। ਤਾਂ ਨਰਸ ਦਾ ਚਿਹਰਾ ਉਤਰ ਗਿਆ ਜਦੋਂ ਉਸਨੇ ਮੈਨੂੰ ਨਈਮ ਦਾ ਖਤ ਦਿੱਤਾ। The goddess of art smiled on me, and then quickly as she had come she vanished। ਮੇਰੇ ਉੱਪਰ ਦੇਵੀ ਨੇ ਕਿਰਪਾ ਕੀਤੀ ਸੀ, ਕਲਾ ਦੀ ਦੇਵੀ ਨੇ, ਪਰ ਜਿੰਨੀ ਜਲਦੀ ਉਹਨੇ ਮੇਰੇ ਉੱਪਰ ਦਇਆ ਕੀਤੀ ਉਨੀ ਜਲਦੀ ਹੀ ਉਹ ਗਾਇਬ ਹੋ ਗਈ। Mad with grief I rushed to the cupboard। ਮੈਂ ਦੁੱਖ ਦੇ ਨਾਲ ਪਾਗਲ ਹੋ ਗਿਆ। ਬੱਚਿਓ ਇੱਥੇ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦੀ ਹਾਂ ਪਹਿਲਾਂ ਕਿ ਤੁਹਾਨੂੰ ਸਮਝ ਨਹੀਂ ਆ ਰਿਹਾ ਹੋਣਾ ਕੀ ਮਤਲਬ ਹੈ ਇੱਥੇ, ਕਿ ਇੱਥੇ ਤਾਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਜਿਹੜਾ ਨਈਮ ਸੀ ਉਹ ਖੁਦ ਵੀ ਇੱਕ ਪੇਂਟਰ ਸੀ, ਇਸੇ ਕਰਕੇ ਉਹ ਸੀਨਸ ਨੂੰ ਇੰਨੀ ਬਾਰੀਕੀ ਨਾਲ ਦੱਸਦਾ ਸੀ ਇਸਨੂੰ। ਤਾਂ ਇਹ ਸਾਰਾ ਕੁਝ ਸਮਝ ਜਾਂਦਾ ਹੈ ਕਿ ਨਈਮ ਵੀ ਇੱਕ ਪੇਂਟਰ ਸੀ, ਪਰ ਨਈਮ ਵੀ ਅੰਨਾ ਹੋ ਚੁੱਕਿਆ ਸੀ। ਠੀਕ ਹੈ, ਉਹ ਜਿਹੜੇ ਪੈਸੇ ਉਹਨੇ ਜੋੜੇ ਹੋਏ ਸੀ ਆਪਣੇ ਲਈ, ਉਹ ਆਪਣੇ ਜੋੜੇ ਹੋਏ ਪੈਸੇ ਉਹ ਇਸ ਨੂੰ ਦੇ ਗਿਆ ਤੇ ਖੁਦ ਹਸਪੀਟਲ ਤੋਂ ਚਲਾ ਗਿਆ ਆਪਰੇਸ਼ਨ ਕਰਾਉਣ ਦੀ ਬਜਾਏ। ਮੈਡ ਵਿਦ ਗਰੀਫ, ਇਸ ਕਰਕੇ ਮੈਂ ਦੁੱਖ ਦੇ ਨਾਲ ਪਾਗਲ ਹੋ ਗਿਆ। ਆਈ ਰਸ਼ ਟੂ ਦਾ ਕਬਰਡ ਐਂਡ ਦੇਅਰ ਲੇ ਆਲ ਮਾਈ ਪੇਂਟਿੰਗਸ। ਮੈਂ ਕਬਰਡ ਵੱਲ ਨੂੰ ਭੱਜਿਆ, ਕਬਰਡ ਖੋਲੀ ਤੇ ਉੱਥੇ ਮੇਰੀਆਂ ਸਾਰੀਆਂ ਪੇਂਟਿੰਗਸ ਪਈਆਂ ਸੀ, ਮੇਅਰ ਮਾਸਿਸ ਆਫ ਹੈਪਾਜ਼ੇਟ ਲਾਈਨਸ। ਤੇ ਉਹ ਪੇਂਟਿੰਗਸ ਹੋਰ ਕੁਝ ਨਹੀਂ ਸੀ, ਸਿਰਫ ਟੇਡੀਆਂ ਮੇਡੀਆਂ ਲਾਈਨਾਂ ਲੱਗੀਆਂ ਹੋਈਆਂ ਸੀ, ਵਿਦਆਊਟ ਐਨੀ ਕਲਰ। ਉਹਦੇ ਵਿੱਚ ਕੋਈ ਕਲਰ ਹੀ ਨਹੀਂ ਸੀਗਾ। The nurse spoke. He was a very great man। ਨਰਸ ਨੇ ਕਿਹਾ ਉਹ ਤਾਂ ਇੱਕ ਮਹਾਨ ਇਨਸਾਨ ਸੀ। With all his money, he bought these paintings। ਆਪਣੇ ਸਾਰੇ ਪੈਸੇ ਖਰਚ ਕੇ ਉਹਨੇ ਤੇਰੇ ਤੋਂ ਪੇਂਟਿੰਗਸ ਖਰੀਦ ਲੀਆਂ। And moved out of the hospital when he couldn't afford it। ਤੇ ਉਹ ਹਸਪੀਟਲ ਤੋਂ ਚਲਾ ਗਿਆ ਜਦੋਂ ਉਹ ਹੁਣ ਹਸਪੀਟਲ ਦਾ ਖਰਚਾ ਨਹੀਂ ਦੇ ਸਕਦਾ ਸੀ। He couldn't have his third operation। ਉਹਨੇ ਆਪਣਾ ਤੀਜਾ ਆਪਰੇਸ਼ਨ ਨਹੀਂ ਕਰਵਾਇਆ। What? I cried। operation? Which operation? ਮੈਂ ਕਿਹਾ ਹੈ ਕਿਹੜਾ operation? Why? His eyes, of course, he was blind। She said। ਉਸਨੇ ਕਿਹਾ ਕਿਉਂ? ਉਸਦੀਆਂ ਅੱਖਾਂ ਦਾ ਆਪਰੇਸ਼ਨ ਹੋਣਾ ਸੀ। I was unable to move for something। ਮੈਂ ਹਿੱਲ ਹੀ ਨਹੀਂ ਸਕ ਰਿਹਾ ਸੀ, ਮੈਂ ਬਿਲਕੁਲ ਇੱਕ ਜਗ੍ਹਾ ਤੇ ਹੀ ਖੜ ਗਿਆ। Tears blinded my eyes। ਮੇਰੀਆਂ ਅੱਖਾਂ 'ਚ ਹੰਝੂ ਆ ਗਏ। Under his pillow were 4 paintings he had painted of the 4 seasons before he was blind। ਤਾਂ ਇੱਥੇ ਆਪਾਂ ਨੂੰ ਪਤਾ ਲੱਗ ਗਿਆ ਕਿ ਉਹ ਪੇਂਟਰ ਸੀ, ਕਿਉਂਕਿ ਉਸਦੇ ਪਿੱਲੋ ਦੇ ਨੀਚੇ 4 ਪੇਂਟਿੰਗਸ ਲੱਭਦੀਆਂ ਨੇ ਜਿਹੜੀਆਂ ਕਿ ਉਸਨੇ ਬਲਾਈਂਡ ਹੋਣ ਤੋਂ ਪਹਿਲਾਂ ਪੇਂਟ ਕੀਤੀਆਂ ਸੀ। ਹੀ ਡਿਸਕ੍ਰਾਈਬ ਦੋਜ਼ ਪੇਂਟਿੰਗਸ ਟੂ ਮੀ। ਉਹੀ ਪੇਂਟਿੰਗਸ ਉਹ ਮੈਨੂੰ ਦੱਸਿਆ ਕਰਦਾ ਸੀ। ਐਂਡ ਟਰਾਈ ਟੂ ਪੇਂਟ ਦੈਮ ਔਨ ਮਾਈ ਕੈਨਵਸ। ਤੇ ਉਹੀ ਮੇਰੀ ਕੈਨਵਸ ਦੇ ਉੱਪਰ ਉਹਨਾਂ ਨੂੰ ਡਰਾ ਕਰਾਉਣ ਦੀ ਕੋਸ਼ਿਸ਼ ਕਰਦਾ ਸੀ। ਟੀਅਰਸ ਬਲਾਈਂਡਡ ਮਾਈ ਆਈਜ਼ ਐਜ਼ ਆਈ ਹੈਲਡ ਹਿਸ ਪੇਂਟਿੰਗਸ ਇਨ ਮਾਈ ਹੈਂਡ। ਜਦੋਂ ਮੈਂ ਉਸਦੀਆਂ ਪੇਂਟਿੰਗਸ ਨੂੰ ਹੱਥਾਂ ਵਿੱਚ ਚੱਕਿਆ ਤਾਂ ਮੇਰੀਆਂ ਅੱਖਾਂ ਦੇ ਵਿੱਚ ਹੰਝੂ ਹੀ ਹੰਝੂ ਸਨ। ਤਾਂ ਬੱਚਿਓ ਇਹ ਕਹਾਣੀ ਸੀ ਜਿਸ ਦੇ ਵਿੱਚ ਆਪਾਂ ਦੇਖਿਆ ਕਿ ਨਈਮ ਇੰਨਾ ਜ਼ਿਆਦਾ ਦਲੇਰ, ਇੰਨਾ ਜ਼ਿਆਦਾ ਕਾਈਂਡ ਹਾਰਟਡ ਆਪਾਂ ਨੂੰ ਦਿਖਾਇਆ
कि ਉਹ खुद अन्ना ਹੁੰਦੇ ਹੋਏ भी उसने दूसरे बारे सोचिया ਤੇ दूसरे ਨੂੰ ਜ਼ਿੰਦਗੀ ਦੇਣ ਬਾਰੇ ਸੋਚਿਆ। ਤਾਂ ਇਹ ਸੀ ਕਹਾਣੀ ਤੇ ਹੁਣ ਆਪਾਂ ਬੱਚਿਓ ਇਹਦੇ ਕੁਐਸਚਨ ਆਨਸਰ ਡਿਸਕਸ ਕਰਾਂਗੇ। ਯੈਸ, ਬੈਡ ਨੰਬਰ 29, ਨਈਮ ਵਾਜ਼ ਇਨ ਦਾ ਹਸਪੀਟਲ ਵੈਨ ਦਾ ਆਥਰ ਰੀਗੇਨਡ ਹਿਸ ਆਈਸਾਈਟ। ਜਦੋਂ ਆਥਰ ਨੇ ਆਈਸਾਈਟ ਦੁਬਾਰਾ ਉਹਦੀ ਵਾਪਿਸ ਆ ਗਈ ਸੀ, ਕੀ ਉਹ ਹਸਪੀਟਲ ਦੇ ਵਿੱਚ ਹੀ ਸੀ ਉਦੋਂ ਨਈਮ? ਦੱਸੋ ਇਹ ਸਹੀ ਹੈ ਜਾਂ ਗਲਤ ਹੈ। ਨੈਕਸਟ ਕੁਐਸਚਨ, ਹੂ ਡਿਡ ਦਾ ਆਥਰ ਮੀਟ ਇਨ ਦਾ ਹਸਪੀਟਲ ਵਾਰਡ। ਹਸਪੀਟਲ ਵਾਰਡ ਦੇ ਵਿੱਚ ਆਥਰ ਨੂੰ ਕੌਣ ਮਿਲਿਆ? ਇਹਨਾਂ ਚਾਰਾਂ ਨਾਮਾਂ ਚੋਂ ਦੇਖੋ ਕੌਣ ਸੀ। ਯੈਸ, ਤਾਂ ਨਈਮ ਵਾਜ਼ ਇਨ ਦਾ ਹਸਪੀਟਲ। ਨਈਮ ਤਾਂ ਚਲਾ ਗਿਆ ਸੀ ਨਾ ਜਦੋਂ ਆਥਰ ਦੀ ਆਈਸਾਈਟ ਵਾਪਿਸ ਆਈ ਤਾਂ, ਤੇ ਉਸਦਾ ਨਾਮ ਕੀ ਸੀਗਾ? ਨਈਮ। ਨੈਕਸਟ ਕੁਐਸਚਨ, the author regained his eyesight after the ਕਿੰਨਵਾਂ ਆਪਰੇਸ਼ਨ ਹੋਇਆ ਸੀ ਜਦੋਂ ਉਹਦੀਆਂ ਅੱਖਾਂ ਵਾਪਿਸ ਆਈ? ਥਰਡ ਆਪਰੇਸ਼ਨ, ਰਾਈਟ। the author was a dash before he lost his eyesight। ਆਈਸਾਈਟ ਜਾਣ ਤੋਂ ਪਹਿਲਾਂ author ਕੀ ਸੀਗਾ? ਤਾਂ author ਦਾ ਤੀਜਾ ਆਪਰੇਸ਼ਨ ਹੋਇਆ ਸੀ ਤੇ author ਕੀ ਸੀ? ਪੇਂਟਰ। the author knew that Naim was also blind। author ਨੂੰ ਪਤਾ ਸੀ ਕਿ ਨਈਮ ਅੰਨਾ ਸੀ। ਜੇ ਆਥਰ ਨੂੰ ਪਤਾ ਸੀ ਫਿਰ ਤਾਂ ਟਰੂ ਹੈ, ਜੇ ਨਹੀਂ ਪਤਾ ਸੀ ਤਾਂ ਫਾਲਸ ਹੈ। ਨਾਈਮ ਅਰਜ ਦਾ ਆਥਰ ਟੂ ਰੀਸਟਾਰਟ। ਨਾਈਮ ਨੇ ਆਥਰ ਨੂੰ ਕੀ ਕਿਹਾ ਕਿ ਕੀ ਸ਼ੁਰੂ ਕਰ? ਯੈਸ, ਨਾਈਮ ਨੂੰ ਨਹੀਂ ਪਤਾ ਸੀ ਕਿ ਆਥਰ ਜੋ ਹੈ, ਆਥਰ ਨੂੰ ਨਹੀਂ ਪਤਾ ਸੀ ਕਿ ਨਾਈਮ ਹੈ ਜਿਹੜਾ ਉਹ ਬਲਾਈਂਡ ਹੈ, ਇਸ ਲਈ ਇਹ ਫਾਲਸ ਹੈ। ਉਸ ਵਾਰ ਨਾਈਮ ਨੂੰ ਕੀ ਕਿਹਾ? ਨਾਈਮ ਨੇ ਕੀ ਕਿਹਾ ਆਥਰ ਨੂੰ? ਪੇਂਟਿੰਗ ਸ਼ੁਰੂ ਕਰਨ ਦੇ ਲਈ। ਤਾਂ ਇਹੀ ਕੁਐਸਚਨਸ ਬੱਚੋ ਤੁਹਾਡੇ ਪੰਜਾਬ ਸਕੂਲ ਐਜੂਕੇਸ਼ਨ ਜਿਹੜੀ ਐਪ ਹੈ ਉਹਦੇ ਉੱਪਰ ਵੀ ਇਹੀ ਵਾਲੇ ਕੁਐਸਚਨ ਨੇ। ਨਾਈਮ ਵਾਜ਼ ਇਨ ਦਾ ਹਸਪੀਟਲ ਵੈਨ ਦਾ ਆਥਰ ਰੀਗੇਨਡ ਹਿਸ ਆਈਸਾਈਟ, ਹੈ ਨਾ, ਤਾਂ ਇਹ ਫਾਲਸ ਹੈ। ਤਾਂ ਇਹ ਸਾਰੇ ਕੁਐਸਚਨ ਉਹੀ ਵਾਲੇ ਹੀ ਨੇ, ਠੀਕ ਹੈ, ਤੁਸੀਂ ਦੇਖ ਸਕਦੇ ਹੋ। ਨੈਕਸਟ ਇੱਥੇ ਬੱਚੋ ਹੈਗੇ ਨੇ ਸਿੰਪਲੀਫਾਈਡ ਮਟੀਰੀਅਲ ਸ਼ਾਰਟ ਆਨਸਰ ਟਾਈਪ ਕੁਐਸਚਨ। ਇਹ ਸਾਰਾ ਕੁਝ ਐਜੂਕੇਸ਼ਨ ਪੰਜਾਬ ਐਜੂਕੇਅਰ ਐਪ ਤੋਂ ਲਿਆ ਗਿਆ। ਤੁਸੀਂ ਵੀ ਸਾਰੇ ਬੱਚੇ ਆਪਣੀ ਮੋਬਾਈਲ ਦੇ ਵਿੱਚ ਪੰਜਾਬ ਐਜੂਕੇਅਰ ਐਪ ਜ਼ਰੂਰ ਡਾਊਨਲੋਡ ਕਰੋ ਤਾਂ ਕਿ ਤੁਹਾਨੂੰ ਵੀ ਇਹ ਸਾਰਾ ਮਟੀਰੀਅਲ ਈਜ਼ੀਲੀ ਅਵੇਲੇਬਲ ਹੋ ਸਕੇ। ਉੱਥੇ ਸਿੰਪਲੀਫਾਈਡ ਮਟੀਰੀਅਲ ਕਰਕੇ ਸਾਰਾ ਮਟੀਰੀਅਲ ਪਿਆ। ਯੈਸ, ਹਾਊ ਡਿਡ ਦਾ ਆਥਰ ਆਫ ਬੈਡ ਨੰਬਰ 29 ਲੋਸ ਹਿਸ ਆਈਸਾਈਟ? ਹੀ ਵਾਜ਼ ਹਿਟ ਬਾਈ ਅ ਕਾਰ ਐਂਡ ਲੋਸ ਹਿਸ ਆਈਸਾਈਟ। ਤਾਂ ਉਸਦੇ ਕਾਰ ਨਾਲ ਐਕਸੀਡੈਂਟ ਹੋਇਆ ਸੀ ਤੇ ਆਪਣੀ ਆਈਸਾਈਟ ਖੋਤੀ ਉਹਨੇ। ਵਾਟ ਡਿਡ ਦਾ ਆਥਰ ਆਫ ਬੈਡ ਨੰਬਰ 29 ਡੂ ਬਿਫੋਰ ਹਿਸ ਆਈਸਾਈਟ? ਕੀ ਕਰਦਾ ਸੀ ਉਹ? ਹੁਣੀ ਆਪਾਂ ਗੱਲ ਕਰਕੇ ਹਟੇ ਹਾਂ। ਹੀ ਵਾਜ਼ ਅ ਪੇਂਟਰ, ਆਈਸਾਈਟ ਖੋਣ ਤੋਂ ਪਹਿਲਾਂ। ਹੂ ਡਿਡ ਦਾ ਆਥਰ ਆਫ ਬੈਡ ਨੰਬਰ 29 ਮੀਟ ਇਨ ਦਾ ਹਸਪੀਟਲ? ਕਿਹਨੂੰ ਮਿਲਿਆ ਸੀ? ਨਈਮ ਨੂੰ ਮਿਲਿਆ ਸੀ। ਵਾਈ ਵਾਜ਼ ਹੀ ਦੇਅਰ? ਕਿਉਂ ਸੀ ਉਹ ਉੱਥੇ? ਕਿਉਂਕਿ ਉਹ ਵੀ ਆਪਣਾ ਆਪਰੇਸ਼ਨ ਕਰਾਉਣ ਆਇਆ ਹੋਇਆ ਸੀ ਨਾ, ਬਿਕਾਜ਼ ਹੀ ਵਾਜ਼ ਆਲਸੋ ਬਲਾਈਂਡ, ਹੈ ਨਾ। ਤਾਂ ਨੈਕਸਟ ਕੁਐਸਚਨ, ਤੁਸੀਂ ਇਹ ਪੰਜਾਬ ਐਜੂਕੇਅਰ ਐਪ ਤੋਂ ਬਾਕੀ ਪੜ੍ਹ ਸਕਦੇ ਹੋ। ਵੀਡੀਓ ਜ਼ਿਆਦਾ ਲੰਬੀ ਨਾ ਹੋਵੇ ਇਸ ਕਰਕੇ ਥੋੜਾ ਜਿਹਾ ਤੇਜ਼ੀ ਨਾਲ ਚੱਲ ਰਹੀ ਹਾਂ ਮੈਂ। ਜੇ ਮੇਰੀ ਵੀਡੀਓ ਤੁਹਾਨੂੰ ਅੱਛੀ ਲੱਗ ਰਹੀ ਹੈ ਤਾਂ ਲਾਈਕ ਦਾ ਬਟਨ ਜ਼ਰੂਰ ਦਬ ਦਿਓ। ਵੈਨ ਡਿਡ ਦਾ ਆਥਰ ਰੀਗੇਨ ਹਿਸ ਕੌਨਫੀਡੈਂਸ ਐਂਡ ਹਾਊ? ਆਥਰ ਨੂੰ ਦੁਬਾਰਾ ਕੌਨਫੀਡੈਂਸ ਕਿਵੇਂ ਆਇਆ? ਕਦੋਂ ਆਇਆ ਤੇ ਕਿਵੇਂ ਆਇਆ? ਦਾ ਆਥਰ ਰੀਗੇਨ ਹਿਸ ਕੌਨਫੀਡੈਂਸ ਵੈਨ ਨਈਮ ਪ੍ਰੇਜ਼ ਹਿਸ ਪੇਂਟਿੰਗ। ਤਾਂ ਆਥਰ 'ਚ ਕੌਨਫੀਡੈਂਸ ਉਦੋਂ ਆਇਆ ਜਦੋਂ ਨਈਮ ਨੇ ਉਸਦੀਆਂ ਪੇਂਟਿੰਗਸ ਦੀ ਤਾਰੀਫ ਕੀਤੀ। ਵਾਟ ਹੈਪਨਡ ਵੈਨ ਦਾ ਆਥਰਸ ਸੈਕਿੰਡ ਆਪਰੇਸ਼ਨ ਫੇਲਡ? ਕੀ ਹੋਇਆ ਜਦੋਂ ਆਥਰ ਦਾ ਸੈਕਿੰਡ ਆਪਰੇਸ਼ਨ ਫੇਲ ਹੋ ਗਿਆ? ਹੂ ਕੰਸੋਲਡ ਹਿਮ ਦੈਨ? ਕਿਸਨੇ ਉਸਨੂੰ ਦਿਲਾਸਾ ਦਿੱਤਾ? ਦਾ ਆਥਰ ਗੋਟ ਅਪਸੈਟ। ਜਦੋਂ ਸੈਕਿੰਡ ਆਪਰੇਸ਼ਨ ਫੇਲ ਹੋ ਗਿਆ ਤਾਂ ਆਥਰ ਕੀ ਹੋ ਗਿਆ? ਅਪਸੈਟ ਹੋ ਗਿਆ ਤੇ ਨਈਮ ਨੇ ਉਹਨੂੰ ਕੰਸੋਲ ਕੀਤਾ। How did the author of bed number 29 get the money to get operated the third time? author ਕੋਲ ਪੈਸਾ ਕਿੱਥੋਂ ਆਇਆ ਤੀਜੀ ਵਾਰ ਆਪਰੇਸ਼ਨ ਕਰਾਉਣ ਲਈ? Who helped him? ਕਿਸਨੇ ਉਸਦੀ ਮਦਦ ਕੀਤੀ? He got the money by selling his paintings। paintings ਵੇਚ ਕੇ ਉਹਦੇ ਕੋਲ ਪੈਸਾ ਆ ਗਿਆ। Naim helped him। Naim ਨੇ ਉਹਦੀ ਮਦਦ ਕੀਤੀ। He bought his paintings। ਉਸਨੇ ਉਸਦੀਆਂ paintings ਨੂੰ ਖਰੀਦਿਆ। Where was Naim when the author regained his paintings? regained his eyesight। ਜਦੋਂ ਨਾਈਮ ਉਦੋਂ ਕਿੱਥੇ ਸੀ ਜਦੋਂ ਆਥਰ ਦੀ ਨਿਗਾਹ ਵਾਪਿਸ ਆ ਗਈ? ਨਾਈਮ ਹੈਡ ਲੈਫਟ ਦ ਹਸਪੀਟਲ ਦੈਨ। ਨਾਈਮ ਉਦੋਂ ਤੱਕ ਹਸਪੀਟਲ ਛੱਡ ਕੇ ਚਲਾ ਗਿਆ ਸੀ। ਡਿਡ ਦਾ ਆਥਰ ਨੋ ਦੈਟ ਨਾਈਮ ਵਾਜ਼ ਆਲਸੋ ਬਲਾਈਂਡ ਲਾਈਕ ਹਿਮ? ਗਿਵ ਰੀਜ਼ਨਸ ਟੂ ਸਪੋਰਟ। ਕੀ ਆਥਰ ਨੂੰ ਪਤਾ ਸੀ ਕਿ ਨਾਈਮ ਅੰਨਾ ਹੈ? ਇਸ ਗੱਲ ਦੀ ਪੁਸ਼ਟੀ ਕਰਨ ਦੇ ਲਈ ਆਪਣੇ ਰੀਜ਼ਨਸ ਦਿਓ। ਨੋ,
ਨਈਮ ਅੰਨਾ ਸੀ, ਇਹ ਗੱਲ ਦਾ ਆਥਰ ਨੂੰ ਨਹੀਂ ਪਤਾ ਸੀ। ਦ ਆਥਰ ਡਿਡ ਨੋਟ ਨੋ ਦੈਟ ਨਈਮ ਵਾਜ਼ ਆਲਸੋ ਬਲਾਈਂਡ ਲਾਈਕ ਹਿਮ। ਆਥਰ ਨੂੰ ਨਹੀਂ ਪਤਾ ਸੀ ਕਿ ਨਈਮ ਉਸ ਵਾਂਗੂ ਅੰਨਾ ਹੈ। ਬਿਕਾਜ਼ ਨਈਮ ਡਿਸਕ੍ਰਾਈਬ ਦ ਸੀਨ ਇਨ ਡਿਟੇਲ, ਕਿਉਂਕਿ ਨਈਮ ਬਹੁਤ ਡਿਟੇਲ ਦੇ ਨਾਲ ਸੀਨ ਦੱਸਦਾ ਸੀਗਾ। ਵਾਈ ਕੁਡ ਨਈਮ ਨਾਟ get his treatment done? ਨਈਮ ਦਾ ਟ੍ਰੀਟਮੈਂਟ ਕਿਉਂ ਨਹੀਂ ਹੋ ਸਕਿਆ? ਬਿਕਾਜ਼ ਹੀ ਹੈਡ ਸਪੈਂਟ all his money in buying the paintings of the author, ਕਿਉਂਕਿ ਉਸਨੇ ਤਾਂ ਸਾਰਾ ਪੈਸਾ ਆਪਣਾ author ਦੀਆਂ paintings ਖਰੀਦਣ 'ਚ ਹੀ ਲਾਤਾ। How did the author feel when he learned that Naeem had left the hospital because he had no money for the treatment? ਨਈਮ ਨੂੰ ਕਿਵੇਂ ਫੀਲ ਹੋਇਆ, ਆਥਰ ਨੂੰ ਕਿਵੇਂ ਫੀਲ ਹੋਇਆ ਜਦੋਂ ਉਸਨੂੰ ਇਹ ਪਤਾ ਲੱਗਿਆ ਕਿ ਨਈਮ ਨੇ ਆਪਣਾ ਸਾਰਾ ਪੈਸਾ ਉਹਦੇ ਲਈ, ਉਹਦੇ ਟ੍ਰੀਟਮੈਂਟ ਲਈ ਖਰਚ ਕਰਤਾ। ਤਾਂ ਆਥਰ ਗੋਟ ਅਪਸੈਟ, ਆਥਰ ਬਹੁਤ ਅਪਸੈਟ ਹੋ ਗਿਆ। ਹਿਜ਼ ਆਈਜ਼ ਵਰ ਫਿਲਡ ਵਿਦ ਟੀਅਰਸ, ਉਸਦੀਆਂ ਅੱਖਾਂ ਵਿੱਚ ਹੰਝੂ ਸਨ। ਹਾਊ ਕੁਡ ਨਈਮ ਡਿਸਕ੍ਰਾਈਬ ਡਿਫਰੈਂਟ ਸੀਜ਼ਨਸ ਇਨ ਡਿਟੇਲ? ਨਈਮ ਡਿਫਰੈਂਟ ਸੀਜ਼ਨਸ ਨੂੰ ਡਿਟੇਲ 'ਚ ਕਿਵੇਂ ਦੱਸ ਪਾਉਂਦਾ ਸੀ? ਨਈਮ ਵਾਜ਼ ਅ ਪੇਂਟਰ ਐਂਡ ਹੀ ਹੈਡ ਪੇਂਟਡ 4 ਸੀਜ਼ਨਸ ਬਿਫੋਰ ਲੋਸਿੰਗ ਆਈਸਾਈਟ, ਕਿਉਂਕਿ ਨਈਮ ਵੀ ਅੰਨਾ ਸੀ ਤੇ ਉਹ ਆਪਣੀਆਂ ਪੇਂਟਿੰਗਸ ਬਣਾਈਆਂ ਹੋਈਆਂ ਸੀ, ਉਹਨੇ ਉਹੀ ਪੇਂਟਿੰਗਸ ਨੂੰ ਉਹ ਡਿਸਕ੍ਰਾਈਬ ਕਰਦਾ ਸੀ। ਵਟ ਡਜ਼ ਦ ਮੈਸੇਜ ਦ ਗੁੱਡਨੈਸ ਆਫ ਆਰਟ ਸਮਾਈਲਡ ਔਨ ਮੀ and then it goddess of art smiled on me and then it vanished mean? ਤਾਂ ਇਸ ਮੈਸੇਜ ਦਾ ਕੀ ਮਤਲਬ ਸੀ? ਜਦੋਂ ਉਸਨੇ ਇਹ ਲਿਖਿਆ ਸੀ ਨਾ ਚਿੱਠੀ ਜਿਹੜੀ ਦੇ ਕੇ ਗਿਆ ਸੀਗਾ ਨਈਮ ਜਦੋਂ ਹਸਪੀਟਲ ਚੋਂ ਚਲਾ ਗਿਆ ਸੀ, ਤਾਂ ਉਸ ਚਿੱਠੀ ਦੇ ਵਿੱਚ ਇਹਨੇ ਲਿਖਿਆ ਸੀ, ਇਹਦਾ ਕੀ ਮਤਲਬ ਹੈ? goddess of art refers to Naeem who helped the author. He went away in the end. goddess of art refers to Naeem. ਤਾਂ goddess of art ਇੱਥੇ ਕਿਹਾ ਗਿਆ ਸੀਗਾ ਕਿ ਮੈਂ ਜੋ ਸੀ ਇੱਕ ਪੇਂਟਰ ਸੀਗਾ, ਤਾਂ who helped the author, ਤਾਂ ਉਸਨੇ ਕਿਹਾ ਵੀ ਮੈਂ ਹੁਣ ਤੇਰੀ ਮਦਦ ਕਰਤੀ ਤੇ ਹੁਣ ਮੈਂ ਚਲਾ ਗਿਆ। he went away in the end, ਤੇ ਉਹ ਫਿਰ ਉੱਥੋਂ ਚਲਾ ਗਿਆ। ਇਸ ਦਾ ਆਨਸਰ ਵੈਸੇ ਮੈਨੂੰ ਇਹ ਵਾਲਾ ਲਾਸਟ ਵਾਲਾ ਸਹੀ ਨਹੀਂ ਲੱਗ ਰਿਹਾ, ਇੱਥੇ ਤੁਹਾਡੇ ਟੀਚਰਸ ਨਾਲ ਗੱਲ ਕਰ ਲਿਓ, ਇਹ ਆਨਸਰ ਕੁਝ ਹੋਰ ਹੋਣਾ ਚਾਹੀਦਾ। ਇਸ ਤੋਂ ਬਾਅਦ ਪੰਜਾਬ ਐਜੂਕੇਅਰ ਐਪ 'ਤੇ ਇੱਕ ਇਹ ਵੀ ਆਪਣੇ ਕੋਲ ਮਟੀਰੀਅਲ ਪਿਆ। ਇਸ ਦੇ ਵਿੱਚ ਵੈਸੇ ਤਾਂ ਜਿਹੜੇ ਉੱਪਰ ਵਾਲੇ ਕੁਐਸਚਨ ਨੇ ਤਾਂ ਉਹੀ ਵਾਲੇ ਨੇ। ਹਾਊ ਡਿਡ ਦਾ ਆਥਰ ਬੈਡ ਨੰਬਰ 20 ਲੋਸ ਹਿਜ਼ ਆਈ ਸਾਈਟ, ਇਹ ਵੀ ਉਹੀ ਕੁਐਸਚਨ ਹੈ ਜਿਹੜਾ ਕਰ ਚੁੱਕੇ ਆਪਾਂ। ਬਿਫੋਰ ਲੋਸ ਹਿਜ਼ ਆਈ ਸਾਈਟ ਵੀ ਕਰ ਚੁੱਕੇ, ਤਾਂ ਇਹ ਉਹੀ ਕੁਐਸਚਨ ਨੇ ਬੱਚੋ ਜਿਹੜੇ ਆਪਾਂ ਕਰ ਚੁੱਕੇ, ਬਾਰ-ਬਾਰ ਅਲੱਗ-ਅਲੱਗ ਤਰ੍ਹਾਂ ਦਿੱਤੇ ਹੋਏ ਨੇ। ਠੀਕ ਹੈ, ਤਾਂ ਇਹ ਆਪਣਾ ਲੈਸਨ ਕੰਪਲੀਟ ਹੋ ਗਿਆ। ਆਈ ਹੋਪ ਕਿ ਤੁਹਾਨੂੰ ਵਧੀਆ ਤਰ੍ਹਾਂ ਸਮਝ ਆਈ ਹੋਊਗੀ। ਤੇ ਜੇ ਤੁਹਾਨੂੰ ਮੇਰਾ ਇਹ ਚੈਨਲ ਵਧੀਆ ਲੱਗਦਾ ਤਾਂ ਤੁਸੀਂ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਸਕਦੇ ਹੋ। ਇਸ ਦੇ ਉੱਪਰ ਹੋਰ ਵੀ ਤੁਹਾਨੂੰ ਗ੍ਰਾਮਰ ਦੀਆਂ ਵੀਡੀਓਜ਼, ਲੈਸਨ ਨਾਲ ਰਿਲੇਟਡ ਵੀਡੀਓਜ਼ ਤੇ ਸਾਰੀਆਂ ਕਲਾਸਿਸ ਦੀਆਂ ਵੀਡੀਓਜ਼ ਤੁਹਾਨੂੰ ਇਹਦੇ ਉੱਪਰ ਮਿਲ ਜਾਣਗੀਆਂ। ਥੈਂਕਸ ਫॉर ਵਾਚਿੰਗ। If you like my video, don't forget to like, comment and share to your friends also, so that they can also get the full lesson and other material also, and ask them to subscribe my channel. Thank you very much. Bye bye.